ਜਿਹੜੇ ਕਿ ਅਪਾਹਜ ਹੁੰਦੇ ਨੇ ਉਹਨਾਂ ਨੂੰ ਵੀ ਨੌਕਰੀਆਂ ਦਿੰਦੀ ਸਰਕਾਰ। ਕੋਟਾ ਰੱਖਦੀ ਹੈ ਇੱਕ ਜੀ, ਉਹਦੇ 'ਚ ਵੀ ਕਹਿੰਦੇ ਕਪਲਾਂ। ਜਿਹੜੇ ਅਸਲ ਅੰਗੀ ਨਾ ਉਹ ਧੱਕੇ ਖਾਂਦੇ ਫਿਰਦੇ ਆ ਤੇ ਜਿਨ੍ਹਾਂ ਨੇ ਫਰਜ਼ੀ ਸਰਟੀਫਿਕੇਟ ਬਣਾਏ ਨੌਕਰੀਆਂ ਲਈ ਜਾਣ ਡੇ ਆ। ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ 48 ਬੰਦਿਆਂ ਦੇ ਨਾਂ ਹੁੰਦੇ ਆ ਤੇ ਰਿਸ਼ਵਤ ਲੈਂਦੇ। ਕੱਲ ਇਹਨਾਂ ਨੇ ਇੱਕ ਸਮੂਹਿਕ ਹੜਤਾਲ ਕਰ ਦਿੱਤੀ ਵੀ ਕੀ ਇਹਦਾ ਮਤਲਬ ਇਹਨਾਂ ਨੂੰ ਲਾਇਸੈਂਸ ਦੇ ਦਿੱਤਾ ਜਾਏ ਵੀ ਤੁਸੀਂ ਲੁੱਟੋ। ਇਹਨਾਂ ਨੂੰ ਚਾਹੀਦਾ ਵੀ ਜਿਹੜੇ ਇਹਨਾਂ 'ਚ ਚੋਰ ਆ ਇਹ ਕਿਉਂ ਸਪੋਰਟ ਕਰਦੇ, ਉਹਨਾਂ ਕਿਹੜਾ ਸਾਰਿਆਂ ਦੇ ਨਾਂ ਲਿਖਦੇ ਆ ਜੀ। ਬਿਲਕੁਲ ਜੋ ਪੀੜ ਹੋਈ ਆ ਇਹ ਕਹਿਣ ਵੀ ਜਾਂਚ ਕਰਾਓ। ਆਈਐਸ ਵਿਜੇ ਦਾਈਆ ਨੇ ਏਸੀਬੀ ਨੇ ਇਹਨਾਂ ਦੇ ਉੱਪਰ ਅੱਜ ਇਹਨਾਂ ਦੇ ਘਰ 'ਚ ਰੇਡ ਮਾਰੀ ਹੈ। ਇਹਨਾਂ ਆਈਐਸ ਅਧਿਕਾਰੀਆਂ ਦੀ ਮਰਜ਼ੀ ਤੋਂ ਬਗੈਰ ਕਰਪਸ਼ਨ ਹੋ ਹੀ ਨਹੀਂ ਸਕਦੀ। ਮੰਤਰੀ ਨੂੰ ਵੀ ਪੈਸੇ ਲੈਣ ਦੀ ਜਾਂਚ ਇਹ ਸਿਖਾਉਂਦੇ ਸਕੀਮਾਂ ਤੇ ਇਹਨਾਂ ਨੂੰ ਪਤਾ, ਮੰਤਰੀ ਨੂੰ ਥੋੜਾ ਪਤਾ ਹੁੰਦੀਆਂ। ਫਰਜ਼ੀ ਤਰੀਕੇ ਨਾਲ ਕਿੱਦਾਂ ਉੱਥੇ ਅਮਰੂਦਾਂ ਦੇ ਬਾਗ ਵਿਖਾਏ ਜਾਂਦੇ ਨੇ। 145 ਕਰੋੜ ਰੁਪਏ ਦਾ ਕੇਜੀ ਮੁਆਵਜ਼ਾ ਜਾਰੀ ਹੋਇਆ ਜੇ। ਤੁਹਾਨੂੰ ਪਤਾ ਮੁਹਾਲੀ ਦੇ ਵਿੱਚ ਗਮਾਡਾ ਨੇ ਜੀ, ਬਾਗਰਪੁਰਾ ਦੇ ਵਿੱਚ ਉਹ ਜੇ ਜ਼ਮੀਨ ਅਕਵਾਇਰ ਕਰਨੀ ਡਿਵੈਲਪਮੈਂਟ, ਉੱਥੇ ਫਿਰ ਜਿਹੜੇ ਵੱਡੇ ਵੱਡੇ ਸ਼ਾਹੂਕਾਰ ਉਹਨਾਂ ਲੋਕਾਂ ਕੋਲ ਜ਼ਮੀਨ ਪੱਟੇ ਤੇ ਲੈ ਲਈ ਗਈਆਂ, ਵਿਖਾਤੀ ਅਮਰੂਦਾਂ ਦੇ ਬਾਗ ਝੂਠੇ ਵਿਖਾਤੇ। 2 ਆਈਐਸ ਅਧਿਕਾਰੀ ਵੀ ਇਹ 'ਚ ਹੋ ਗਏ। ਸਤਿ ਸ਼੍ਰੀ ਅਕਾਲ, ਨਮਸਕਾਰ, ਮੈਂ ਹਾਂ ਦੀਪਕ ਭੰਡਾਰੀ ਤੇ ਤੁਸੀਂ ਦੇਖ ਰਹੇ ਹੋ D4 ਨਿਊਜ਼। ਸਾਡੇ ਵਿਸ਼ੇਸ਼ ਪ੍ਰੋਗਰਾਮ ਖਰੀਆਂ ਖਰੀਆਂ 'ਚ ਤੁਹਾਡਾ ਸਵਾਗਤ ਹੈ। ਗਰੀਬਾਂ ਦਾ ਰਾਸ਼ਨ ਇਹ ਖਾ ਗਏ, ਮਰਿਆਂ ਦੀ ਪੈਨਸ਼ਨ ਖਾ ਗਏ, ਜਿਨ੍ਹਾਂ ਦੀ ਬਜ਼ੁਰਗ ਵਿਖਾ ਕੇ ਉਹਨਾਂ ਦਾ ਮਾਲ ਵੀ ਇਹ ਖਾ ਗਏ। ਆਖਿਰਕਾਰ ਇਹਨਾਂ ਦੇ ਕਿੱਡੇ ਵੱਡੇ ਢਿੱਡ ਨੇ, ਕਿੱਡਾ ਵੱਡਾ ਇਹਨਾਂ ਦਾ ਹਾਜਮਾ ਹੈ ਕਿ ਇਹਨਾਂ ਦਾ ਢਿੱਡ ਹੀ ਨਹੀਂ ਭਰਦਾ। ਹੁਣ ਜ਼ਰੂਰਤਮੰਦ, ਅੰਗਹੀਨ, ਅਪਾਹਜ ਲੋਕ ਜਿਨ੍ਹਾਂ ਨੂੰ ਤਰਸ ਦੇ ਆਧਾਰ ਤੇ ਨੌਕਰੀਆਂ ਮਿਲਣੀਆਂ ਹੁੰਦੀਆਂ, ਉਹਨਾਂ ਦਾ ਹੱਕ ਵੀ ਮਾਰ ਲਿਆ ਗਿਆ ਤੇ ਆਪਣੇ ਚਹੇਤਿਆਂ ਨੂੰ ਨੌਕਰੀਆਂ ਦੇ ਦਿੱਤੀਆਂ ਗਈਆਂ। ਆਖਿਰਕਾਰ ਸਾਡਾ ਮੁਲਕ ਕਿੱਧਰਲੇ ਪਾਸੇ ਜਾ ਰਿਹਾ? ਭ੍ਰਸ਼ਟਾਚਾਰ ਜਿਹੜਾ ਇੱਕ ਦੀਮਕ ਬਣ ਕੇ ਚੱਟ ਰਿਹਾ ਇਸ ਮੁਲਕ ਨੂੰ, ਕੀ ਇਹ ਕਦੀ ਖਤਮ ਹੋਏਗਾ ਕਿ ਨਹੀਂ? ਹੁਣ NRI ਪਰਿਵਾਰ ਜਗਰਾਉਂ ਦੀ ਕੋਠੀ, ਸਭ ਨੂੰ ਯਾਦ ਹੀ ਹੋਣਾ ਹੈ ਕਿਸ ਤਰ੍ਹਾਂ MLA ਸਰਬਜੀਤ ਕੌਰ ਮਾਨੂਕ ਦੇ ਆਰੋਪ ਲੱਗੇ ਸਨ। ਹੁਣ ਉਹ ਪਰਿਵਾਰ ਨੂੰ ਕੋਠੀ ਦੀਆਂ ਚਾਬੀਆਂ ਦੇ ਦਿੱਤੀਆਂ ਗਈਆਂ। ਕੀ ਸਿਰਫ ਇਹਨਾਂ ਹੋਣ ਦੇ ਨਾਲ ਇਨਸਾਫ ਹੋ ਗਿਆ? ਬਹੁਤ ਵੱਡੇ ਸਵਾਲ ਨੇ, ਉਹਨਾਂ ਤੇ ਵੀ ਚਰਚਾ ਕਰਾਂਗੇ। ਗਮਾਡਾ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਜ਼ਮੀਨ ਅਕਵਾਇਰ ਹੋਈ ਸੀ। 2 IAS ਅਫਸਰਾਂ ਦੀਆਂ ਪਤਨੀਆਂ ਦੇ ਨਾਂ ਤੇ ਵੀ ਮੁਆਵਜ਼ਾ ਜਾਰੀ ਹੋ ਗਿਆ ਸੀ। ਹੁਣ 145 ਕਰੋੜ ਰੁਪਇਆ ਜਿਹਦੀ ਰਿਪੋਰਟ ਦੇ ਆਧਾਰ ਦੇ ਉੱਤੇ ਪੈਸਾ ਜਾਰੀ ਹੋਇਆ, ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਹਰਿਆਣਾ ਦੇ IAS ਅਧਿਕਾਰੀ ਦੀ ਗੱਲ ਜ਼ਰੂਰ ਕਰਾਂਗੇ, ਵਿਜੇ ਦਾਈਆ, ਜਿਨ੍ਹਾਂ ਨੇ ਕਿ ਹਰਿਆਣਾ ਵਿਕਾਸ ਕੌਸ਼ਲ ਫੰਡ ਸਕੀਮ ਦੇ ਪੈਸੇ ਜਾਰੀ ਕਰਨ ਦੇ ਉੱਤੇ ਉਹਨਾਂ ਤੇ ਆਰੋਪ ਨੇ ਕਿ ਇਹਦੇ ਲਈ ਇਹਨਾਂ ਨੇ ਰਿਸ਼ਵਤ ਮੰਗੀ ਤੇ ਕੁਝ ਹੀ ਮਹੀਨਿਆਂ ਦੇ ਵਿੱਚ 300 ਕਰੋੜ ਰੁਪਇਆ ਜਾਰੀ ਕਰ ਦਿੱਤਾ। ਪੰਜਾਬ ਦੇ ਚੀਫ ਸੈਕਟਰੀ ਵਿਜੇ ਕੁਮਾਰ ਜੰਜੂਆ ਨੂੰ ਸਰਕਾਰ ਐਕਸਟੈਂਸ਼ਨ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਸਾਡੇ ਨਾਲ ਸਾਡੇ ਐਕਸਪਰਟ ਰਾਕੇਸ਼ ਸ਼ਰਮਾ। ਸ਼ਰਮਾ ਜੀ ਨਮਸਕਾਰ। ਨਮਸਕਾਰ, ਸਵਾਗਤ ਹੈ ਸ਼ਰਮਾ ਜੀ। ਧੰਨਵਾਦ ਜੀ। ਸ਼ਰਮਾ ਜੀ, ਹਮੇਸ਼ਾ ਦੇਖੋ ਅਸੀਂ ਕਈ ਵਾਰੀ ਪਹਿਲੇ ਵੀ ਖੁਲਾਸੇ ਕਰ ਚੁੱਕੇ ਹਾਂ ਕਿ ਪੈਨਸ਼ਨ ਜਿਹੜੀ ਲੱਗਣੀ ਹੁੰਦੀ ਹੈ, ਕਿਸੇ ਵਿਧਵਾ ਦੀ ਬੁਢਾਪਾ ਪੈਨਸ਼ਨ ਲੱਗਣੀ ਹੁੰਦੀ ਹੈ ਜਾਂ ਹੋਰ ਬੇਰੁਜ਼ਗਾਰਾਂ ਦੀ ਪੈਨਸ਼ਨ ਲੱਗਣੀ ਹੁੰਦੀ ਹੈ, ਉਹ ਲੋਕਾਂ ਦੇ ਖਾਤਿਆਂ 'ਚ ਜਾਂਦੀ ਰਹੀ ਜਿਨ੍ਹਾਂ ਨੂੰ ਦੀ ਲੋੜ ਨਹੀਂ ਸੀ। ਗਰੀਬਾਂ ਦਾ ਰਾਸ਼ਨ ਖਾ ਗਏ, ਮਰਸਡੀਜ਼ ਚਾਹੁੰਦੇ ਆ ਤੇ ਰਾਸ਼ਨ ਖਾਈ ਜਾਂਦੇ ਆ। ਜਾਂਚ ਹੁੰਦੀ ਹੈ, ਜਾਂਚ ਤੇ ਜਾਂਚ ਬਿਠਾਈ ਜਾਂਦੀ ਹੈ। ਫਿਰ ਜਾਂਚ ਕਹਿੰਦੇ ਵੀ ਜਾਂਚ ਦਾ ਮਤਲਬ ਇਹਨੂੰ ਜਾਂਚ ਹੀ ਰਹਿਣ ਦਿਓ, ਲੀਪਾਪੋਤੀ ਕਰਕੇ ਹਰ ਰੋਜ਼ ਇੱਕ ਨਵਾਂ ਸਕੈਂਡਲ ਆ ਜਾਂਦਾ। ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ। ਅੰਗਹੀਨ ਜਿਹੜੇ ਕਿ ਅਪਾਹਜ ਹੁੰਦੇ ਨੇ ਉਹਨਾਂ ਨੂੰ ਵੀ ਨੌਕਰੀਆਂ ਦਿੰਦੀ ਸਰਕਾਰ। ਕੋਟਾ ਰੱਖਦੀ ਹੈ ਇੱਕ ਜੀ, ਉਹਦੇ 'ਚ ਵੀ ਕਹਿੰਦੇ ਕਪਲਾਂ ਵੀ ਜਿਹੜੇ ਵੱਡੇ ਲੋਕ ਨੇ ਉਹਨਾਂ ਨੇ ਜਾਲੀ ਸਰਟੀਫਿਕੇਟ ਬਣਾਏ, ਜਾਲੀ ਸਰਟੀਫਿਕੇਟਾਂ ਦੇ ਆਧਾਰ ਦੇ ਉੱਤੇ ਨੌਕਰੀਆਂ ਲਈਆਂ ਤੇ ਹੁਣ ਉਹਦਾ ਵੀ ਕਹਿੰਦੇ ਇੱਕ ਜਾਂਚ ਕਮੇਟੀ ਬਿਠਾ ਦਿੱਤੀ ਗਈ ਹੈ। ਕੀ ਹੈ ਪੂਰਾ ਮਾਮਲਾ? ਇਹ ਵੇਖੋ ਜੀ, ਤੁਸੀਂ ਪੜ੍ਹਾਈ ਸਾਹਿਬ, ਤੁਹਾਨੂੰ ਪਤਾ ਵੀ ਜੀ ਜਦੋਂ ਕੋਈ ਨੌਕਰੀ ਨਿਕਲਦੀ ਆ ਜੀ, ਜ਼ਿਆਦਾਤਰ ਤੇ ਰਾਜਨੀਤਿਕ ਰਸੂਖਦਾਰ ਵਾਲੇ ਲੋਕ ਤੇ ਜਾਂ ਜਿਨ੍ਹਾਂ ਕੋਲ ਮਾਇਆ ਉਹ ਲੈ ਜਾਂਦੇ ਆ ਜੀ, ਜਾਂ ਤੇ ਉਹ ਪੇਪਰ ਹੀ ਲੀਕ ਕਰਾ ਲੈਂਦੇ ਆ, ਜਾਂ ਉਹਨਾਂ ਨੂੰ ਕੋਈ ਪੇਪਰ ਹੀ ਬਾਹਰੋਂ ਕਰਾ ਦਿੰਦਾ। ਵੀ ਪਿੱਛੇ ਵੇਖਿਆ ਨਾਇਬ ਤਹਿਸੀਲਦਾਰ ਦਾ ਜਿਹੜਾ ਰੌਲਾ ਪੈ ਗਿਆ ਸੀ, ਭਰਤੀ ਕੈਂਸਲ ਹੋ ਗਈ ਸੀ, ਅਸੀਂ ਪ੍ਰੋਗਰਾਮ ਪੇਪਰ ਹੀ ਕੈਂਸਲ ਹੋ ਗਿਆ ਸੀ, ਆਪਾਂ ਇੱਥੇ ਨੰਗਾ ਕੀਤਾ ਸੀ। TCHS ਦਾ ਘਟਾਲਾ ਦਿਖੀ ਨੰਗਾ ਕੀਤਾ, ਐਡਾ ਵੱਡਾ ਕੰਮ ਜੀ। ਤੇ ਜਿਹੜੇ ਅਸਲ ਅੰਗੀ ਨਾ ਉਹ ਧੱਕੇ ਖਾਂਦੇ ਫਿਰਦੇ ਆ ਤੇ ਜਿਨ੍ਹਾਂ ਨੇ ਫਰਜ਼ੀ ਸਰਟੀਫਿਕੇਟ ਬਣਾਏ ਆ ਨੌਕਰੀਆਂ ਲਈ ਜਾਣ ਡੇ ਆ ਜੀ। ਹੁਣ ਪੀੜ੍ਹਤ ਤੰਗ ਅੰਗਹੀਨ ਯੂਨੀਅਨ ਆ ਜੀ, ਬਠਿੰਡਾ ਦੀ ਇਕਾਈ ਪੰਜਾਬ ਦੇ ਯੂਨੀਅਨ ਬਣੀ ਇੱਕ ਜੀ। ਉਹ ਪੀੜ੍ਹਤ ਵਿਚਾਰੇ ਆਉਂਦੇ ਵੀ ਅੰਗਹੀਨ ਨਹੀਂ ਆ, ਨੌਕਰੀਆਂ ਘੋਰ ਲਈ ਜਾਣ ਡਿਆ ਜਿਨ੍ਹਾਂ ਨੂੰ ਅੰਗ ਦੇ ਵਿੱਚ ਨੁਕਸ ਹੀ ਕੋਈ ਨਹੀਂ ਜੀ। ਜੇ ਨੁਕਸ ਹੈਗਾ ਕੋਈ 2-4-5% ਹੈਗਾ, ਉਹਨਾਂ ਦੀ ਰਾਜਨੀਤਿਕ ਪਹੁੰਚ ਹੈਗੀ ਆ, ਉਹਨਾਂ 5 ਬੰਦਿਆਂ ਦੀ ਬਾਈ ਨੇਮ ਸ਼ਿਕਾਇਤ ਕਰਤੀ ਆ ਜੀ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਕੋਲ ਤੇ 5 ਬੰਦਿਆਂ ਦੇ ਨਾਂ ਦੇ ਦਿੱਤੇ ਆ। ਹੁਣ ਤੁਸੀਂ ਹੈਰਾਨ ਹੋ ਗਏ, ਉਹਨਾਂ ਚੋਂ ਇੱਕ ਜਿਹੜਾ ਅਧਿਕਾਰੀ ਆ ਉਹ ਸਾਬਕਾ ਫਾਈਨਾਂਸ ਮਿਨਿਸਟਰ
ਕਾਂਗਰਸ ਸਰਕਾਰ ਵੇਲੇ ਵੀ ਤੇ ਅਕਾਲੀ ਵੇਲੇ ਵੀ ਉਹਨਾਂ ਦਾ ਉਹੀ ਵੀ ਰਹਿ ਚੁੱਕਿਆ ਨੇ। ਖਾਲੀ ਖਜ਼ਾਨਾ ਮੰਤਰੀ ਮਨਪ੍ਰੀਤ ਮਨਪ੍ਰੀਤ ਬਾਦਲ ਸਾਹਿਬ ਦੇ ਉਹਨਾਂ ਨੂੰ ਜਿਹੜੇ ਇਹਦੀ ਸ਼ਿਕਾਇਤ ਜਿਹੜੀ ਆ ਡੀਸੀ ਬਠਿੰਡਾ ਨੂੰ ਦਿੱਤੀ ਆ, ਮਾਨਸਾ ਨੂੰ ਦਿੱਤੀ ਆ, ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਨੂੰ ਦਿੱਤੀ ਆ ਵੀ ਆ ਬੰਦੇ ਤੁਹਾਡੇ ਕੋਲ ਲੱਗੇ ਨਾ ਜਾਲੀ ਸਰਟੀਫਿਕੇਟ ਬਣਾਏ ਨਾ ਜਾਂਚ ਕਰੋ, ਇਹਨਾਂ ਦੀ ਕਾਰਵਾਈ ਕਰੋ। ਹੁਣ ਜਿਨ੍ਹਾਂ ਦੇ ਉਹਨਾਂ ਨਾਲ ਲਿਖੇ ਆ ਉਹਦੇ ਇੱਕ ਹੈਗਾ ਸੁਖਜੀਤ ਸਿੰਘ ਬਰਾੜ ਜੀ, ਇਹ ਮੁਕਤਸਰ ਸਾਹਿਬ ਦੇ ਜ਼ਿਲ੍ਹੇ ਗਾਂਵ ਕੋਨੀ ਪਿੰਡ ਕੋਨੀ ਦਾ ਰਹਿਣ ਵਾਲਾ ਤੇ ਸਿੱਧਾ ਹੀ ਕਾਨੂੰਗੋ ਭਰਤੀ ਹੋਇਆ ਇਹ ਜੀ, ਤੇ ਬਠਿੰਡਾ ਦੇ ਹੁਣ ਨਾਇਬ ਤਹਿਸੀਲਦਾਰ ਲੱਗਾ। ਹੁਣ ਜਦੋਂ ਉਹਨਾਂ ਪਤਾ ਲੱਗ ਗਿਆ ਮੇਰੀ ਤੇ ਸ਼ਿਕਾਇਤ ਹੋ ਗਈ, ਮੈਂ ਤੇ ਜਾਲੀ ਸਰਟੀਫਿਕੇਟ ਬਣਾਇਆ, ਇਹ ਉਹਨੇ ਹੁਣ ਵੀਆਰਐਸ ਅਪਲਾਈ ਕਰਤੀ ਜੇ। ਚਲੋ ਠੀਕ ਇਹ ਲੋ ਕੰਮ। ਦੂਜੇ ਜਨਾਬ ਹੈਗੇ ਮਹਾਪੁਰਸ਼ ਜੀ ਬਲਜੀਤ ਕੁਮਾਰ ਬਾਂਸਲ ਜੀ, ਇਹ ਨਗਰ ਸੁਧਾਰ ਟਰੱਸਟ ਕੋਟਕਪੂਰਾ ਵਿੱਚ ਸਿੱਧੇ ਜੇਈ ਭਰਤੀ ਹੋਏ ਸੀ ਜੀ, ਇੰਜੀਨੀਅਰ ਲੱਗੇ ਹੋਏ ਆ ਹੁਣ ਜੀ, ਤੇ ਇਹਨਾਂ ਨੇ ਬਹਿਰੇ ਦਾ ਬੋਲੇ ਦਾ ਸਰਟੀਫਿਕੇਟ ਬਣਾਇਆ, ਤੇ ਜਦੋਂ ਦੁਬਾਰਾ ਮੈਡੀਕਲ ਕਰਾਇਆ ਗਿਆ ਤੇ 1% ਵੀ ਬੋਲੇ ਨਹੀਂ ਆਏ। ਮਤਲਬ ਪੂਰੇ ਕੰਨਾਂ ਤੋਂ ਸੁਣਦਾ, ਪੂਰਾ ਸੁਣਦਾ ਸਰਟੀਫਿਕੇਟ ਬਣਾ ਲਿਆ ਬੋਲੇ ਆਪਾਂ। ਬੜੇ ਇਦਾਂ ਦੇ ਮੈਡੀਕਲ ਮਹਿਕਮੇ 'ਚ ਵੀ ਬੜੇ ਇਦਾਂ ਦੇ ਬੋਲੇ ਲੱਗੇ ਆ ਜਿਹੜੇ ਬਣ ਗਏ ਸਿਫਾਰਸ਼ਾਂ ਨਾਲ ਹੀ ਬਣ ਗਏ ਆ, ਜਾਂ ਕਿਸੇ ਮਿਨਿਸਟਰ ਦੇ ਪਰਿਵਾਰ ਨਾਲ ਸੰਬੰਧ ਦੀ ਜਾਂ ਕਿਤੇ ਹੋਰ ਹੀ। ਕਿ ਜੀ ਇੱਕ ਪਹਿਲੇ ਮੇਰੇ ਸਾਹਮਣੇ ਆਉਂਦਾ ਸੀ ਨਾ ਜੀ ਵੀ ਕਈ ਅੰਗਹੀਨ ਦੇ ਸਰਟੀਫਿਕੇਟ ਇਹ ਵੀ ਸਿਫਾਰਸ਼ਾਂ ਪਾ ਕੇ ਵੱਧ ਬਣਾਉਂਦੇ। ਇੱਕ ਤੇ ਉਹਨਾਂ ਨੂੰ ਐਕਸਟੈਂਸ਼ਨ ਮਿਲ ਜਾਂਦੀ ਹੈ 2 ਸਾਲ ਦੀ ਨੌਕਰੀ ਬਾਅਦ, ਦੂਸਰਾ ਪ੍ਰਮੋਸ਼ਨ ਛੇਤੀ, ਉਹ ਦੂਸਰਾ ਉਹਨਾਂ ਨੂੰ ਪ੍ਰਮੋਸ਼ਨ ਛੇਤੀ, ਤੇ ਹੋਰ ਵੀ ਜਿਹੜੇ ਬੈਨੀਫਿਟਸ ਨੇ ਲਾਈਕ ਕਿਤੇ ਉਹਨਾਂ ਨੇ ਟਰੈਵਲ ਕਰਨਾ ਉਹਦੇ 'ਚ ਵੀ ਉਹਨਾਂ ਨੂੰ ਛੋਟ ਮਿਲਦੀ ਹੈ, ਉਹ 'ਚ ਵੀ ਛੋਟ ਮਿਲਦੀ ਆ, ਹੈਂਡੀਕੈਪ ਪੱਕਾ ਵੱਖਰਾ ਮਿਲਦਾ ਜੀ। ਤੀਜੇ ਹੈਗੇ ਅਵਤਾਰ ਸਿੰਘ ਚੱਠਾ ਜੀ, ਇਹ ਵੀ ਬਠਿੰਡੇ ਜ਼ਿਲ੍ਹੇ ਦੇ ਰਹਿਣ ਵਾਲੇ ਆ, ਤੇ ਪੈਰ ਤੇ ਦਰਦ ਦਾ ਇਹਨਾਂ ਨੇ ਸਰਟੀਫਿਕੇਟ ਬਣਾਇਆ ਜੀ, ਤੇ ਮੌਜੂਦਾ ਸਮੇਂ ਤੇ ਰਾਮਪੁਰਾ ਫੁੱਲ ਤੇ ਨਾਇਬ ਤਹਿਸੀਲਦਾਰ ਲੱਗੇ ਆ। ਤੇ ਜਦੋਂ ਇਹਨਾਂ ਦਾ ਪੀਜੀਆਈ ਬੋਰਡ ਬਣਾਤਾ ਗਿਆ, 2 ਵਾਰ ਬੋਰਡ ਨੇ ਸੱਦਿਆ, ਪੇਸ਼ ਹੀ ਨਹੀਂ ਹੋਏ। ਹੁਣ ਨੁਕਸ ਹੋਵੇ ਕੋਈ ਤੇ ਫਿਰ ਪੇਸ਼ ਹੋਣਾ, ਠੀਕ ਹੈ, ਇਹ ਕੀ ਕਰਨਾ। ਚੌਥੇ ਜਨਾਬ ਹੈਗੇ ਆ ਜਗਤਾਰ ਸਿੰਘ ਢਿੱਲੋਂ ਜੀ, ਇਹ ਵੀ ਬਠਿੰਡਾ ਜ਼ਿਲ੍ਹੇ ਦੇ ਗਾਂਵ ਘੁੱਦਾ ਦੇ ਰਹਿਣ ਵਾਲੇ ਆ ਜੀ, ਤੇ ਸਿੱਧੀ ਭਰਤੀ ਹੋਈ ਇਹਨਾਂ ਦੀ ਪੰਚਾਇਤ ਵਿਭਾਗ ਦੇ ਵਿੱਚ ਸਮਾਜਿਕ ਸਿੱਖਿਆ ਤੇ ਪੰਚਾਇਤ ਅਫਸਰ ਜੀ। ਮੌਜੂਦਾ ਸਮੇਂ ਦੇ ਵਿੱਚ ਬਰਨਾਲਾ ਦੇ ਵਿੱਚ BDPO ਕੰਮ ਈਓ ਤਨਾਤ ਆ ਜੀ, ਤੇ ਕਾਲੀ ਸਰਕਾਰ ਤੇ ਗਾਂ ਸਰਕਾਰ ਦੇ ਤੁਹਾਨੂੰ ਦੱਸਿਆ ਖਾਲੀ ਖਜ਼ਾਨਾ ਮੰਤਰੀ ਸਾਹਿਬ ਉਹਨਾਂ ਦੇ ਉਹ ਰਹਿ ਚੁੱਕੇ ਆ ਜੀ, ਤੇ ਫਿਰ ਇਹਨਾਂ ਤੇ ਅਫਸਰ ਲੱਗਣਾ ਹੀ ਨਾ ਜਨਾਬ। ਨਿਰਕੇ ਜੀ ਦੇਖੋ ਸਵਾਲ ਇਹ ਹੈ, ਦੇਖੋ ਸਰਟੀਫਿਕੇਟ ਤਾਂ ਬਣ ਜਾਣਾ ਸੀ ਜੀ। ਦੇਖੋ ਸਵਾਲ ਇਹ ਹੈ ਵੀ ਦੇਖੋ ਇਹ ਲੋਕ ਜਾਲੀ ਸਰਟੀਫਿਕੇਟ ਮਤਲਬ ਇਹਨਾਂ ਦੀ ਬੁਨਿਆਦ ਹੀ ਜਿਹੜੀ ਉਹ ਝੂਠ ਤੇ ਰੱਖੀ ਗਈ ਹੈ। ਫਿਰ ਇਹਨਾਂ ਨੇ ਲੋਕਾਂ ਨੂੰ ਇਨਸਾਫ ਕੀ ਦੇਣਾ ਜਿਹੜੇ ਇਹਨਾਂ ਦੇ ਦਫ਼ਤਰਾਂ 'ਚ ਕੰਮ ਕਰਾਉਣ ਆਉਂਦੇ ਆ? ਇਹਨਾਂ ਨੇ ਤੇ ਫਿਰ ਠੱਗੀ ਮਾਰਨ ਵਾਲ ਧਿਆਨ ਆਪੇ ਰੱਖਣਾ, ਜਿਹਦੀ ਬੁਨਿਆਦ ਹੀ ਝੂਠ ਦੇ ਉੱਤੇ ਡਿੱਗੀ ਆ, ਉਹ ਬਿਲਡਿੰਗ ਟਿਕੂਗੀ ਕਿੰਨਾ ਚਿਰ। ਹੁਣ ਵੇਖੋ ਨਾ ਜਿਹੜਾ ਉਹ ਇਹਦੀ ਰਹਿ ਚੁੱਕਾ, ਦੋ ਤਾਂ ਅਕਾਲੀ ਸਰਕਾਰਾਂ 2 ਵਾਰੀ ਹੋ ਰਹੇ ਆ, ਉੱਥੇ ਰਹਿ ਚੁੱਕੇ ਆ, ਕਾਂਗਰਸ ਨੇ ਰਹਿ ਚੁੱਕੇ ਆ, ਉਹਨੂੰ ਤਾਂ ਸਾਰਾ ਤਰੀਕੇ ਪਤਾ ਕਿੱਦਾਂ ਬਣਨਾ। ਇੱਕ ਹੋਰ ਬੰਦਾ ਪੰਜਵੇਂ ਹੈਗੇ ਜੀ ਰਣਵੀਰ ਸਿੰਘ ਜੀ, ਇਹ ਬਠਿੰਡਾ ਦੇ ਪਿੰਡ ਦਮਾਲਪੁਰਾ ਦੇ ਰਹਿਣਾ, ਜਲੰਧਰ ਤੇ ਸਿੱਧੀ ਭਰਤੀ ਪਟਵਾਰੀ ਜੀ, ਉਹ 'ਚ ਭਰਤੀ ਹੋਈ। ਤੇ ਹੁਣ ਮੌਜੂਦਾ ਸਾਹਿਬ ਬਰੇਟਾ ਦੇ ਵਿੱਚ ਨਾਇਬ ਤਹਿਸੀਲਦਾਰ ਸਾਹਿਬ ਹੈਗੇ ਜਨਾਬ ਲੱਗੇ ਆ, ਜ਼ਿਲ੍ਹਾ ਮਾਨਸਾ 'ਚ। ਹਾਂ, ਤੇ ਆਂਦੇ ਲੱਤ ਦੇ ਮਾਮੂਲੀ ਜਿਹੀ ਖਰਾਬੀ ਆ, 5-10% ਹੈਂਡੀਕੈਪ ਆ, ਤੇ ਬੜੇ ਸੋਹਣੇ ਚੱਲਦੇ ਆ, ਤੇ ਇਹਨਾਂ ਵੀ ਬਣਾਇਆ। ਤੇ ਡੀਸੀ ਬਠਿੰਡਾ ਸ਼ੌਕਤ ਅਲੀ ਜੀ ਕਹਿੰਦੇ ਆ ਵੀ ਅਸੀਂ ਜਾਂਚ ਕਰਾਵਾਂਗੇ ਤੇ ਸਖਤ ਕਾਰਵਾਈ ਕਰਾਂਗੇ। ਵੇਖੋ ਜਿਹੜੇ ਅਸਲ ਹੈਂਡੀਕੈਪ ਆ ਉਹ ਤਾਂ ਖਾਂਡੇ ਆ, ਦੇਖੋ ਇਹ ਜਿਹੜੇ ਜਾਲੀ ਆ ਇਹ ਮਲਾਈ ਦਾ ਸੀਟਾਂ ਤੇ ਲੱਗੇ ਆ, ਨਾਇਬ ਤਹਿਸੀਲਦਾਰ ਲੱਗੇ ਆ, 2 ਤੇ ਅਸੀਂ ਇਹਨਾਂ ਚੋਂ 5 ਚੋਂ ਆ। ਹਾਂ, ਪਰਸੋਂ ਇੱਕ ਅਸੀਂ ਬ੍ਰੇਕ ਕੀਤੀ ਸੀ ਖਬਰ ਉਹ ਕਿ ਕਿਸ ਤਰ੍ਹਾਂ ਵਿਜੀਲੈਂਸ ਇੱਕ ਸੂਚੀ ਜਾਰੀ ਕਰਦੀ ਹੈ ਵੀ ਉਹਦੇ ਵਿੱਚ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ 48 ਬੰਦਿਆਂ ਦੇ ਨਾਂ ਹੁੰਦੇ ਆ, ਕਿਸ ਤਰ੍ਹਾਂ ਏਜੰਟ ਰੱਖੇ ਆ, ਕਿਸ ਤਰ੍ਹਾਂ ਵਸੀਕਾ ਨਵੀਸ ਜਾਂ ਡੀਡ ਰਾਈਟਰ ਜਾਂ ਚੌਕੀਦਾਰਾਂ ਦੇ ਮਾਰਫਤ ਰਿਸ਼ਵਤ ਲੈਂਦੇ ਆ। ਕੱਲ ਇਹਨਾਂ ਨੇ ਇੱਕ ਸਮੂਹਿਕ ਹੜਤਾਲ ਕਰ ਦਿੱਤੀ ਵੀ ਕੀ ਇਹਦਾ ਮਤਲਬ ਇਹਨਾਂ ਨੂੰ ਲਾਇਸੈਂਸ ਦੇ ਦਿੱਤਾ ਜਾਏ ਵੀ ਤੁਸੀਂ ਲੁੱਟੋ, ਸਾਰੀਆਂ ਸੁਵਿਧਾਵਾਂ ਤੁਸੀਂ ਜਨਤਾ ਦੇ ਦਿੱਤੇ ਟੈਕਸ ਦੇ ਪੈਸੇ ਤੋਂ ਤੁਹਾਨੂੰ ਤਨਖਾਹਾਂ ਮਿਲਦੀਆਂ, ਤੁਹਾਡਾ ਉੱਥੋਂ ਗੱਡੀਆਂ, ਨੌਕਰ ਚਾਕਰ, ਘਰ ਸਭ ਕੁਝ ਉੱਥੋਂ ਮਿਲਦਾ। ਤੇ ਫਿਰ ਜੇ ਬੁਨਿਆਦ ਹੀ ਇਦਾਂ ਦੀ ਆ, 2 ਮਹਾਸ਼ੇ ਜਿਹੜੇ ਲੱਗੇ ਨੇ ਨਾਇਬ ਤਹਿਸੀਲਦਾਰ, ਤੇ ਫਿਰ ਭ੍ਰਿਸ਼ਟਾਚਾਰ ਕਿਵੇਂ ਮੁੱਕੂਗਾ? ਭ੍ਰਿਸ਼ਟਾਚਾਰ ਕੀ ਮੁੱਕਣਾ ਜੀ, ਇਹਨਾਂ ਦੇ ਪੱਕੇ ਫਿਕਸ ਰੇਟ ਰੱਖੇ ਆ। ਇਹ ਵੇਖੋ ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ, ਵਿਜੀਲੈਂਸ ਬਹੁਤ ਵਧੀਆ ਕੰਮ ਕਰ ਰਹੀ ਆ। ਵਿਜੀਲੈਂਸ ਦਾ ਦਫ਼ਤਰ ਉੱਤੇ ਆ, ਲਾਗੇ ਆ, ਬਿਲਕੁਲ ਅੱਗੇ ਤੇ ਬਿਲਕੁਲ ਤਹਿਸੀਲ ਦੇ ਨਾਲ ਜੁੜਿਆ ਸੀ। ਉਹਨਾਂ ਦੀ ਨੱਕ ਥੱਲੇ ਸ਼ਰੇਆਮ ਰਿਸ਼ਵਤਖੋਰੀ ਚੱਲਦੀ ਤਹਿਸੀਲ ਦੇ ਵਿੱਚ, ਕੋਈ ਕੰਮ ਤੇ ਹੀ ਕਰਾਣਾ। ਜਿੱਦਾਂ ਦੱਸਿਆ ਨਾ ਵਿਜੀਲੈਂਸ ਹੁਣ ਆਪਣੀ ਰਿਪੋਰਟ ਦੱਸਿਆ ਨਾ ਮਾਰ ਕੇ ਲਾਏ ਆ, ਜਿੱਦਾਂ ਤੁਹਾਨੂੰ ਪਤਾ CM ਸਾਹਿਬ ਨੇ ਦੱਸਿਆ ਵਸੂਲ ਕੀਤੇ ਤੇ ਵਸੂਲ ਪਾਏ, ਚੌਥੀ ਲਾਈਨ ਦੇ ਵਿੱਚ ਲਿਖ ਦਿੰਦੇ ਆ, ਤੇ ਆਂਦੇ ਵੀ ਬੜੀ ਮੁਸ਼ਕਲ ਆਈ ਫੜਿਆ ਬੰਦਾ, ਇਹਨਾਂ ਮਾਰ ਕੇ ਲਾ ਦਿੰਦੇ ਆ। ਜਿਹੜੇ ਦੇ ਮਾਰਕੇ ਵਾਲੀ ਹੋਈ ਵੀ ਪੇਟ ਵਾਲੀ ਹੋਈ, ਉਹ ਦੱਸ ਦਿੰਦੇ ਇਸ਼ਾਰੇ ਨਾਲ ਉਹਤੇ ਮਾਰ ਗਿਆ ਪੇਟ, ਤੇ ਉਹਦੇ ਮਿੰਟੋ ਮਿੰਟ ਹੋ ਜਾਂਦੀ ਆ। ਜੀ ਮੈਨੂੰ ਨਾ ਕਹਿੰਦੇ ਵੀ ਦੱਸਿਆ ਸੀ, ਕਹਿੰਦੇ 2 ਕੋਡ ਹੁੰਦੇ, ਕਹਿੰਦੇ ਵੀ ਆ ਗਿਆ, ਮਤਲਬ ਆ ਗਿਆ ਮਾਲ, ਇੱਕ ਹੁੰਦਾ ਆ ਗਿਆ ਵੀ ਆ ਗਿਆ ਮਾਲ ਮੁੱਲ ਨਹੀਂ ਆਇਆ। ਆਹੋ,
ਹੁਣ ਜੇ ਤਾਂ ਕੋਈ ਮੋਟੀ ਸਿਫਾਰਿਸ਼ ਵਾਲਾ ਉਹ ਤੇ ਕੰਮ ਕਰਾ ਜਾਂਦਾ ਤੇ ਜਿਹੜਾ ਨਹੀਂ ਉਹਦਾ ਨਹੀਂ ਹੁੰਦਾ। ਤੁਸੀਂ ਹੁਣ ਵੇਖੋ ਕਲੋਨੀਆਂ ਘਟਦੇ ਆ ਜੀ, ਇਹਨੂੰ ਤਹਿਸੀਲਦਾਰ ਨੂੰ ਜਾਂ ਕਿਸੇ ਨੂੰ ਹਿੱਸਾ ਮਿਲ ਜਾਣਾ, ਪਤਾ ਵੀ ਐਨਓਸੀ ਨਹੀਂ ਵੀ ਹੈਗੀ ਤੇ ਕਰਦੀ ਰਜਿਸਟਰੀ ਜੀ, ਐਨਓਸੀ ਅਪਲਾਈ ਕਰਨੀ ਹੁੰਦੀ ਆ। ਜੀ, ਪਰ ਜੀ, ਕਈ ਕੁਝ ਵੇਖਣੇ ਹੁੰਦੇ ਕਾਗਜ਼, ਇਹ ਇਹ ਵੇਖਣਾ ਜੀ ਵੀ agriculture ਲਗਾਨ land ਬਣਿਆ ਤੇ ਇਹਨਾਂ ਖਾਲੀ ਪਲਾਟ ਦੀ ਕਰ ਦੇਣੀ ਆ। ਵੀ ਇਹ ਤੇ ਨਹੀਂ ਵੀ ਇਹਨਾਂ ਨੇ ਕਮਰਸ਼ੀਅਲ ਨੂੰ ਐਗਰੀਕਲਚਰ ਲੈਣ ਲਾਤਾ। ਕਮਰਸ਼ੀਅਲ ਦੀ ਉਦਾਂ ਹੀ ਕਰ ਦੇਣੀ, ਰੈਜ਼ੀਡੈਂਸ਼ੀਅਲ 'ਚ ਕਰ ਦੇਣੀ ਆ। ਲੋਕਾਂ ਦੇ ਨਕਸ਼ੇ ਵੀ ਇਦਾਂ ਪਾਸ ਹੋ ਜਾਂਦੇ ਆ, ਐਮਐਲਏ ਦੇ ਹਿੱਸੇ ਹੋ ਜਾਂਦੇ ਆ। ਜੇ ਐਮਟੀਪੀ ਆ ਤੇ ਉਹਦਾ ਹਿੱਸਾ ਹੋ ਜਾਂਦਾ ਜਾਂ ਕਮਿਸ਼ਨਰ ਦਾ ਹੋ ਜਾਂਦਾ, ਕੋਈ ਨਾ ਕੋਈ ਹਿੱਸੇ ਰੱਖ ਦਿੰਦੇ ਆ ਜੀ। ਆਪਣੇ ਵੇਰਕਾ ਬਾਈਪਾਸ ਤੋਂ ਪਹਿਲਾਂ ਕਲੋਨੀ ਬਣੀ ਖਪਿਆ ਥਾ ਜੀ, ਇੱਕ ਸੈਲੀਬ੍ਰੇਸ਼ਨ ਵਾਲਿਆਂ ਦੀ ਆ ਕਲੋਨੀ, ਉਹ 'ਚ ਇੱਕ ਸਾਬਕਾ ਐਮਐਲਏ ਦਾ ਹਿੱਸਾ ਸੀ। ਹੁਣ ਪਤਾ ਨਹੀਂ ਲਿਖਤੀ ਪੜਤੀ ਵੀ ਕਿ ਜਮਾਨੀ ਸੀ, ਸਭ ਪੱਕਾ ਹੀ ਇਹ ਜਵਾਨੀ ਹੁੰਦੇ ਕੇ ਜੀ। ਹਾਂਜੀ। ਇਹ ਵੇਖੋ ਇਹ ਇੰਨੇ ਸ਼ਾਤਰ ਆ, ਇਹ ਆਪਣਾ ਫਿਕਸਡ ਪੈਸਾ ਰੱਖਦੇ ਆ ਵੀ ਇੰਨੇ ਪੈਸੇ ਇੰਨੇ ਪੱਤੀ ਲਵਾਂਗੇ, ਇੰਨੇ ਪਲਾਟ ਲਵਾਂਗੇ। ਉਹ ਜਾਂ ਕਿਸੇ ਆਪਣੇ ਕਿਸੇ ਰਿਸ਼ਤੇਦਾਰ ਦੇ ਨਾਂ ਤੇ ਲੈ ਤੇ ਜਾਂ ਆਪਣੇ ਕਿਸੇ ਡਰਾਈਵਰ ਦੇ ਨਾਲ ਤੇ ਆਪ ਉਹ ਵੇਖੋ ਤਹਿਸੀਲਦਾਰਾਂ ਦੇ ਨਾਲ ਰਲ ਕੇ ਰਜਿਸਟਰੀਆਂ ਵੀ ਹੋਣੀਆਂ ਉੱਥੇ ਜੀ, ਮੀਟਰ ਵੀ ਲੱਗੇ। ਜਦ ਕਿ ਕਲੋਨੀ ਨੇ ਜੋ ਮੇਰੀ ਇਨਫੋਰਮੇਸ਼ਨ ਆ ਅੱਜ ਦੀ ਡੇਟ ਤੱਕ ਕਾਰਪੋਰੇਸ਼ਨ ਦੇ ਪੂਰੇ ਪੈਸੇ ਨਹੀਂ ਤਾਰੇ, ਇੱਕ ਕਿਸ਼ਤੀ ਦਿੱਤੀ ਆ, ਬਾਕੀ ਪੈਸੇ ਸਾਰੇ ਰਹਿੰਦੇ ਤਰਨ ਵਾਲੇ ਤੇ ਕੋਈ ਕਾਰਪੋਰੇਸ਼ਨ ਵਾਲਾ ਵੇਖਣ ਨਹੀਂ ਜਾਂਦਾ। ਫਿਰ ਉਹਨਾਂ ਬੱਤੀ ਆਂਦੇ ਸਿੱਧੀ ਚਲਾਤੀ ਤਰਨ ਆ। ਹੁਣ ਪਤਾ ਲੱਗਾ ਵੀ ਇੱਕ ਬਿਜਲੀ ਅਧਿਕਾਰੀ ਨੂੰ ਉਹਨਾਂ ਰਿਸ਼ਵਤ ਦਿੱਤੀ ਆ ਤੇ ਰਿਸ਼ਵਤ ਦੇ ਕੇ ਤੇ ਇੱਕ ਟਰਾਂਸਫਾਰਮਰ ਲਵਾ ਲਿਆ। ਰਕੇਸ਼ ਜੀ ਦੇਖੋ ਇਹ ਤੇ ਬੜਾ ਇਹਨਾਂ ਦਾ ਕੰਮ ਸਿੱਧਾ ਵੀ ਕਹਿੰਦੇ ਵੀ ਅਸੀਂ ਪਹਿਲੇ ਵੀ ਕਲੀਅਰ ਕੀਤਾ ਵੀ ਕਹਿੰਦੇ ਵੀ ਅਸੀਂ ਖਾਲੀ ਜੇਬਾਂ ਲੈ ਕੇ ਆਉਣੀਆਂ ਤੇ ਭਰ ਕੇ ਜਾਣੀਆਂ। ਵੀ ਐਸੇ ਬਹੁਤ ਸਾਰੇ ਅਫਸਰ ਜਿਹੜੇ ਤੇ ਆਪਣੀ ਤਨਖਾਹਾਂ ਵੀ ਨਹੀਂ ਕਢਾਉਂਦੇ। ਮਤਲਬ ਕਿਤੇ ਅਸੀਂ ਪਹਿਲੇ ਵੀ ਕੀਤਾ ਸੀ ਵੀ ਇਹਨਾਂ ਨੂੰ ਵਿਜੀਲੈਂਸ ਨੇ ਕਿੰਨੀ ਮਿਹਨਤ ਕੀਤੀ ਹੋਣੀ ਵੀ ਇਹਨਾਂ 48 ਬੰਦਿਆਂ ਦੇ ਉਹਨਾਂ ਨੇ ਪੂਰੀ ਸੂਚੀ ਜਨਤਕ ਕੀਤੀ ਤੇ ਫਿਰ ਵੇਖੋ ਇਹਨੂੰ ਡੈਲੀਬਰੇਟਲੀ ਅਸੀਂ ਨਹੀਂ ਕਹਿੰਦੇ ਵੀ ਇੱਕ ਕਿਸ ਤਰ੍ਹਾਂ ਨੂੰ ਵਾਇਰਲ ਕਰਾਏਗਾ। ਜਾਂ ਤੇ ਲੱਗਦਾ ਵੀ ਉਹਨਾਂ ਨੇ ਇੰਨੀ ਮਿਹਨਤ ਕੀਤੀ ਹੈ ਤੇ ਸਰਕਾਰ ਇਹਨਾਂ ਨੂੰ ਪ੍ਰਵਾਨਗੀ ਨਹੀਂ ਦੇਣੀ, ਜਾਂ ਇਹਨਾਂ ਦੇ ਹੱਥ ਹੀ ਤੇ ਜ਼ਿਆਦਾ ਰਲੇ ਨੇ। ਇਹ ਜਿਵੇਂ ਕੱਲ ਡਰਾ ਲਿਆ ਸਰਕਾਰ ਨੂੰ ਫਿਰ ਮਾਸ ਲੀਵ ਤੇ ਜਾ ਕੇ ਵੀ ਤੁਹਾਡੀ ਗੱਲ ਮੈਂ ਕੱਲ ਵੇਖਿਆ ਅਖਬਾਰਾਂ ਵਿੱਚ ਲਿਖਿਆ ਡਿਸਮਿਸ ਕਰ ਦੇਣੇ ਚਾਹੀਦੇ, ਨਵੀਂ ਭਰਤੀ ਕਰੋ। ਇਹਨਾਂ ਨੂੰ ਚਾਹੀਦਾ ਵੀ ਜਿਹੜੇ ਇਹਨਾਂ 'ਚ ਚੋਰ ਆ ਇਹ ਕਿਉਂ ਸਪੋਰਟ ਕਰਦੇ, ਉਹਨਾਂ ਕਿਹੜਾ ਸਾਰਿਆਂ ਦੇ ਨਾਂ ਲਿਖਦੇ ਆ ਜੀ। ਬਿਲਕੁਲ ਕਿਉਂ ਪੀੜ ਹੋਈ ਆ, ਇਹ ਕਹਿੰਦੇ ਵੀ ਜਾਂਚ ਕਰਾਓ ਜਾਂ ਜਿਹੜਾ ਹੈਗਾ ਡੈਫਾਮੇਸ਼ਨ ਦਾ ਕੇਸ ਪਾ ਦਿਓ ਵਿਜੀਲੈਂਸ ਵੀ ਮੈਂ ਕਰਪਟ ਨਹੀਂ ਹੈਗਾ। ਇਹਨਾਂ ਦੀ ਆਪਣੀਆਂ ਪ੍ਰਾਪਰਟੀਆਂ ਜਿਹੜੀਆਂ ਰਿਟਰਨ ਭਰਦੀਆਂ ਦੱਸ ਦੇਣ ਕਿਤੇ ਕਿਤੇ ਹੈਗੇ ਆ। ਕਿੰਨੀ ਪ੍ਰਾਪਰਟੀ ਮਹਿਲ ਖੜੇ ਕੀਤੇ ਭਾਜੀ ਇਹਨਾਂ ਨੇ, ਜਾ ਕੇ ਵੇਖੋ ਮਹਿਲ ਖੜੇ ਕੀਤੇ ਸਾਰਿਆਂ ਨੇ। ਜਿੰਨੀਆਂ ਪੰਜਾਬ ਦੇ ਵਿੱਚ 15,000 ਕਲੋਨੀਆਂ ਕਹਿੰਦੇ ਇਲੀਗਲ ਆ ਤੇ ਕੋਈ ਸ਼ਾਇਦ ਹੀ ਇੱਕ ਕਲੋਨੀ ਹੋਣੀ ਹੈ ਜਿਹਦੇ ਵਿੱਚ ਕਿਸੇ ਲੀਡਰ ਦਾ ਜਾਂ ਕਿਸੇ ਅਫਸਰ ਦਾ ਹਿੱਸਾ ਨਾ ਹੋਵੇ। ਬਗੈਰ ਅਫਸਰ ਤੇ ਲੀਡਰ ਦੇ ਹਿੱਸੇ ਤੋਂ ਕੋਈ ਵੀ ਕਲੋਨੀ ਪਾਸ ਨਹੀਂ ਹੁੰਦੀ। ਉਸ ਤੋਂ ਬਿਨਾ ਇਹਨਾਂ ਨੂੰ ਜਿਹੜਾ ਨਾ ਕਿਤੇ ਆਮ ਬੰਦੇ ਦਾ ਕੰਮ ਕਰਨ ਲੱਗਿਆ ਨਾ ਇਹਨਾਂ ਨੂੰ ਸੱਪ ਸੁੰਘ ਜਾਂਦਾ ਵੀ ਇਹਨਾਂ ਨੂੰ ਕੋਈ ਕੰਮ ਕਹਿ ਦੇਵੇ ਹੈ ਲੈ ਸਾਨੂੰ ਕੰਮ ਕਹਿਣ ਆ ਗਏ। ਮੈਂ ਕਿਹਾ ਮਾਲ ਵਾਲੇ ਆ ਉਹਨਾਂ ਨੂੰ ਅੰਦਰ ਵੀ ਬਿਠਾਉਂਦੇ ਆ, ਚਾਹ ਵੀ ਪਿਆਉਂਦੇ ਆ ਤੇ ਸਾਰਾ ਕੰਮ ਹੀ ਉਹਨਾਂ ਦਾ ਕਰਦੇ। ਮਾਲ ਨਹੀਂ ਆਂਦਾ ਉੱਥੇ ਕਹਿੰਦੇ ਜੀ ਟ੍ਰਾਂਸਫਾਰਮਰ ਨਹੀਂ ਲੱਗ ਸਕਦਾ, ਅਜੇ ਇੱਥੇ ਲੋਡ ਨਹੀਂ ਪੂਰਾ ਹੋਇਆ ਤੇ ਜਿਹਦੀ ਸਿੱਧੀ ਬੱਤੀ ਇਹਨੇ ਚਿਰ ਚੱਲਦੀ ਰਹੀ ਆ ਉੱਤੇ ਕੀ ਐਕਸ਼ਨ ਲਿਆ ਜੇ। ਉੱਥੇ ਹੁਣ ਟ੍ਰਾਂਸਫਾਰਮਰ ਕਿਹਦੇ ਹੁਕਮ ਨਾਲ ਲੱਗ ਗਿਆ? ਮੈਨੂੰ ਕਿ ਜੀ ਅੱਜ ਨਾ ਇੱਕ ਸੈਲੀਬ੍ਰੇਸ਼ਨ ਵਾਲੀ ਕਲੋਨੀ 'ਚ ਕਿੱਦਾਂ ਲੱਗਿਆ? USA ਤੋਂ ਨੇ ਸਾਡੇ ਦਰਸ਼ਕ ਨੇ, ਉਹਨਾਂ ਦਾ ਇੱਕ ਮੈਸੇਜ ਆਇਆ ਸਵੇਰੇ, ਉਹਨਾਂ ਨੇ ਬੜਾ ਸੋਹਣਾ ਕਹਿੰਦੇ ਵੀ ਇਹਨਾਂ ਨੇ ਗੈਂਗ ਬਣਾ ਰੱਖਿਆ ਵੀ ਗੈਂਗ ਜਿਵੇਂ ਨਹੀਂ ਕਹਿੰਦੇ ਇਦਾਂ ਤੇ ਜੇਲ੍ਹਾਂ 'ਚ ਵੀ ਬਣਾ ਲੈਣਗੇ ਕੈਦੀ ਗੈਂਗ ਬਣਾ ਕੇ ਤੇ ਜੋ ਮਰਜ਼ੀ ਕਰਦੇ ਦੇਖੋ ਜੀ ਉਹਨਾਂ ਨੇ ਦਲਾਲਾਂ ਦੇ ਨਾਂ ਲਿਖੇ ਵੀ ਕਿਹੜਾ ਕਿਹੜਾ ਕਲੈਕਸ਼ਨ ਕਰਦਾ। ਇਹਨਾਂ 2-2 3-3 ਬੰਦੇ ਪ੍ਰਾਈਵੇਟ ਭਾਏ ਹੁੰਦੇ ਆ। ਇਸ ਕਰਕੇ ਸਰਕਾਰ ਨੂੰ ਇਹ ਬੇਨਤੀ ਹੈ ਵੀ ਇਹ ਜਿਹੜੇ ਚੋਰ ਬੈਠੇ ਤੁਹਾਨੂੰ ਪਤਾ ਵੀ ਪਿੱਛੇ ਡੀਸੀ ਹਰਪ੍ਰੀਤ ਸੁੱਧਰ ਨੇ 2 ਬੰਦੇ ਫੜ ਵੀ ਲਏ, ਉਹਨਾਂ ਵੇਖਿਆ ਵੀ ਰਾਤ ਕਿਹੜਾ ਕੰਮ ਹੋ ਰਿਹਾ, ਰਜਿਸਟਰੀ 5 ਵਜੇ ਦਫ਼ਤਰ ਬੰਦ ਹੋਏਦਾ, ਰਾਤ ਨੂੰ ਕੰਪਿਊਟਰ ਚੱਲੇ ਆ, ਉਹ ਫਿਰ ਪੈਰਪੁਰ ਫੜ ਕੇ ਛੁੱਟ ਗਏ, ਉਹਨਾਂ ਕੋਲ ਕਾਗਜ਼ ਵੀ ਫੜੇ ਗਏ, ਪੈਸੇ ਵੀ ਫੜੇ ਗਏ। अब देखो भी ये बड़ा काला माला है ਇਹਦੇ ਤੇ ਕੀ ਕਦੀ ਇਸ ਭ੍ਰਸ਼ਟਾਚਾਰ ਤੋਂ ਨਿਜਾਤ ਮਿਲੇਗੀ। ਵੈਸੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਹਿ ਕੇ ਆਈ ਸੀ ਅਸੀਂ ਬਦਲਾਵ ਦੇ ਨਾਂ ਤੇ ਕੱਟੜ ਇਮਾਨਦਾਰ ਆਪਣੇ ਆਪ ਨੂੰ ਕਹਿੰਦੇ ਆ ਤੇ ਵਾਕਈ ਹੁਣ ਜੇ ਕੱਟੜ ਇਮਾਨਦਾਰ ਤੇ ਜਿਹੜੇ ਚੋਰ ਅਫਸਰ ਨੇ ਇਹਨਾਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ। ਕਿ ਜੀ NRI ਪਰਿਵਾਰ ਦਾ ਬੜਾ ਰੌਲਾ ਪਿਛਲੇ 15-20 ਦਿਨ ਪਿਆ ਰਿਹਾ, ਦੇਖੋ ਪੂਰਾ ਮੀਡੀਆ ਲੱਗਾ ਰਿਹਾ। ਹਾਲਾਂਕਿ ਮਾਨ ਸਾਹਿਬ ਨੇ ਇਹਦੇ ਤੇ ਕੋਈ ਬਿਆਨ ਨਹੀਂ ਸੀ, ਟਿੱਪਣੀ ਨਹੀਂ ਸੀ ਕੀਤੀ। ਹੁਣ ਉਹ ਜਗਰਾਉਂ ਦੀ ਜਿਹੜੀ ਉਹ NRI ਮਹਿਲਾ ਉਹ ਕੱਲ ਉਹਨੂੰ ਨਾ ਚਾਬੀਆਂ ਉੱਥੋਂ ਦੇ ਜਿਹੜੇ ਪਰਮਾਰ ਜਿਹੜੇ SP ਨੇ ਉੱਥੋਂ ਦੇ ਉਹਨਾਂ ਨੇ ਸੌਂਪਤੀਆਂ। ਤੇ ਹੁਣ ਸਵਾਲ ਇਹ ਹੈ, ਉਹ ਪਰਿਵਾਰ ਸਾਹਮਣੇ ਆਇਆ, ਉਹ ਸੁਖਪਾਲ ਸਿੰਘ ਖਹਿਰਾ ਵੀ ਸਾਹਮਣੇ ਆਇਆ, ਉਹ ਕਹਿੰਦੇ ਵੀ ਇਹ ਸਭ ਪਹਿਲੀ ਗੱਲ ਤੇ NOC ਜਾਲੀ ਕਿਹਨੇ ਬਣਾਈ ਜੀ, ਫਿਰ ਉਹ NOC ਜਾਲੀ NOC ਦੇ ਆਧਾਰ ਦੇ ਉੱਤੇ ਰਜਿਸਟਰੀ ਕਿੱਦਾਂ ਹੋਗੀ ਵੀ ਤੁਸੀਂ ਕੁਝ ਵੇਖਦੇ ਨਹੀਂ, ਤੁਸੀਂ ਸਿਰਫ ਆਪਣਾ ਮਾਲ ਲੈਣਾ ਜਾਣਦੇ ਜੇ। ਮਤਲਬ ਇਹ ਹੁਣ NRI ਕਿ ਜੀ ਉਹ ਆ ਵੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਵੀ ਆਓ ਇੱਥੇ ਪੈਸਾ ਇਨਵੈਸਟ ਕਰੋ, ਤੇ ਬਹੁਤ ਸਾਰੇ NRIs ਐਸੇ ਨੇ ਜਿਹੜੇ ਪੰਜਾਬ 'ਚ ਪੈਸਾ ਇਨਵੈਸਟ ਕਰਦੇ ਵੀ ਨੇ। ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੇਖੋ 2014, 2017, 2022 'ਚ NRI ਕਮਿਊਨਿਟੀ ਨੇ ਸਪੋਰਟ ਵੀ ਕੀਤਾ
ਤੇ ਕਿਸ ਤਰ੍ਹਾਂ ਵਿਸ਼ਵਾਸ ਬਹਾਲ ਹੋਏਗਾ ਫਿਰ ਐਨਆਰਆਈ? ਭੰਡਾਰੀ ਸਾਹਿਬ, ਇਹ ਪਾਰਟੀ ਆਪ ਖੜੀ ਕਰਨ ਚ ਐਨਆਰਆਈਆਂ ਦਾ ਬਹੁਤ ਵੱਡਾ ਯੋਗਦਾਨ ਆ, ਬਹੁਤ ਵੱਡੀ ਜ਼ਿਆਦਾ ਫੰਡਿੰਗ ਕੀਤੀ ਆ। ਹੁਣ ਵੇਖੋ ਐਨਆਰਆਈ ਪਰਿਵਾਰ ਧੱਕੇ ਖਾਣ ਡਿਆ, ਬੜੇ ਐਨਆਰਆਈ ਦੀਆਂ ਕੋਠੀਆਂ ਇਦਾਂ ਕਬਜ਼ੇ ਹੋਏ ਆ, ਇਹਨਾਂ ਦੇ ਰੋਲਾ ਪਾਇਆ, ਇਹਨਾਂ ਨੂੰ ਸਪੋਰਟ ਮਿਲ ਗਈ ਸੁਖਪਾਲ ਖਹਿਰੇ ਦੀ, ਸੋਸ਼ਲ ਮੀਡੀਆ ਸਪੋਰਟ ਮਿਲ ਗਈ ਤੇ ਇਹਨਾਂ ਦੀ ਕੋਠੀ ਦਾ ਕਬਜ਼ਾ ਮਿਲ ਗਿਆ। ਇਦਾਂ ਬੜਿਆਂ ਦੀਆਂ ਜ਼ਮੀਨਾਂ ਨੱਪੀਆਂ। ਇੱਕ ਪਰਿਵਾਰ ਇੱਥੇ ਆ ਮਾਨਾ ਵਾਲੇ ਕੋਲ ਜ਼ਮੀਨ ਸੀ ਉਹਨਾਂ ਦੀ 100 ਏਕੜ, ਉਹ ਅੱਤਵਾਦ ਚ ਡਰਦੇ ਦਿੱਲੀ ਭੱਜ ਗਏ। ਕਈ ਅਧਿਕਾਰੀਆਂ ਨੇ, ਕਈ ਕੋਲੋਨਾਈਜ਼ਰਾਂ ਨੇ ਉਹਨਾਂ ਦੀ ਜ਼ਮੀਨਾਂ ਦੇ ਜਾਲੀ ਕਾਗਜ਼ ਬਣਾ ਲਏ, ਕਈ ਪੁਲਿਸ ਵਾਲਿਆਂ ਨੇ ਉਹ ਆਪਣੇ ਨਾਂ ਕਰਾ ਲਈਆਂ ਹੋਈਆਂ। ਅਸਲ ਮਾਲਕ ਡਰਦੇ ਆਈ ਨਹੀਂ ਇੱਥੇ। ਐਦਾਂ ਹੀ ਹੁਣ ਵੇਖੋ ਨਾ, ਆਹ ਕੋਈ ਜਾਲ ਪਾਵਰ ਆਫ ਟੋਨੀ ਜਾਲੀ ਬਣੀ ਕਿੰਨੀ ਆ, ਕਿੰਨੇ ਬਣਾਈ। ਅਸੀਂ ਵੀ ਆਪਣੇ ਚੈਨਲ ਤੇ ਪ੍ਰਮੁੱਖਤਾ ਨਾਲ ਮੁੱਦਾ ਚੁੱਕਿਆ ਸੀ ਤੇ ਅਸੀਂ ਇਹ ਵੀ ਕਿਹਾ ਸੀ ਵੀ ਸਾਡਾ ਉਹ ਪਰਿਵਾਰ ਰਿਸ਼ਤੇਦਾਰ ਤਾਂ ਹੈ ਨਹੀਂ, ਪਰ ਸੱਚ ਜਿਹੜਾ ਉਹ ਜਨਤਾ ਦੇ ਸਾਹਮਣੇ ਆਉਣਾ ਚਾਹੀਦਾ। ਜੇ ਕੋਈ ਧੱਕਾ ਹੋ ਰਿਹਾ ਕਿਸੇ ਦੇ ਨਾਲ ਤੇ ਤੁਹਾਨੂੰ ਤੇ ਵੋਟ ਇਸ ਕਰਕੇ ਪਾਏ ਨਾ ਲੋਕਾਂ ਨੇ ਵੀ ਤੁਸੀਂ ਰਵਾਇਤੀ ਪਾਰਟੀਆਂ ਤੋਂ ਅੱਡ ਜੇ। ਵੇਖੋ ਹੁਣ ਜਿਹੜੀ ਐਮਐਲਏ ਸਰਬਜੀਤ ਕੌਰ ਮਾਨੂਕੋ ਆ, ਇਹ ਸਰਕਾਰ ਆ ਜੀ, ਇਹ ਤਹਿਸੀਲਦਾਰ ਸਾਦੇ, ਡੀਸੀ ਸਾਦੇ, ਐਸਐਸਪੀ ਨੂੰ ਘਰ ਸਾਦੇ ਤੇ ਇੱਕ ਦਿਨ ਜੀ ਸਾਰਾ ਮਸਲਾ ਹੱਲ ਹੋ ਸਕਦਾ ਸੀ। ਕਿਉਂ ਰੋਲਾ ਪਵਾਇਆ, ਛਿਰਕੇ ਕਿਉਂ ਪਵਾਈ, ਆਪਣੇ ਪੈ ਗਈ ਨਾ, ਬਦਨਾਮੀ ਤੇ ਹੋ ਗਈ। 15 ਦਿਨ ਮੁੱਖ ਮੰਤਰੀ ਸਾਹਿਬ ਕਿਉਂ ਚੁੱਪ ਰਹਿ ਗਏ? ਉਹਦੇ ਟਵੀਟ ਤੇ ਟਵੀਟ ਕਰਦੇ, ਕਿਹੜੀ ਕੋਈ ਗਵਰਨਰ ਸਾਹਿਬ ਦੀ ਚਿੱਠੀ ਜਿਹਦਾ ਜਵਾਬ ਦੇਣਾ ਸੀ ਜੀ? ਇਹ ਤਾਂ ਟਵੀਟ ਕਰਕੇ ਦੱਸ ਸਕਦਾ ਹੀ ਨਾ, ਉਥੋਂ ਦੇ ਐਸਐਸਪੀ ਨੂੰ ਪੁੱਛ ਲੈਂਦੇ, ਡੀਸੀ ਨੂੰ ਕਹਿੰਦੇ ਮੈਨੂੰ 10 ਇੱਕ ਦਿਨ ਦੇ ਵਿੱਚ, ਡੀਜੀਪੀ ਤੇ ਚੀਫ ਸੈਕਟਰੀ ਨੂੰ ਆਰਡਰ ਕਰਦੇ ਵੀ ਦਾ ਇੱਕ ਦਿਨ ਮੈਨੂੰ ਪਤਾ ਕਰਕੇ ਦੱਸੋ ਵੀ ਰੋਣ ਦੇ ਵਿਚਾਰੇ। ਉਦੋਂ ਜਿਹੜਾ ਕਰਮ ਸਿੰਘ ਕਹਿੰਦਾ ਚਿੱਠੀ ਮੇਰੀ ਹੈ ਜੀ, ਮੇਰੇ ਕੋਲ ਰਜਿਸਟਰੀ ਮੇਰੀ ਹੈ ਜੀ, ਮੈਂ ਕਿਰਾਏ ਦੇ ਦਿੱਤੀ ਹੈ ਜੀ। ਫਿਰ ਉਹਦੀ ਵੇਖੋ ਜਿਹੜੇ ਗਲਤ ਪਾਵਰ ਟੋਨੀ ਬਣਾਈ ਅਸ਼ੋਕ ਕੁਮਾਰ, ਉਹਦੇ ਨਾਲ ਕੋਈ ਪਟਵਾਰੀ ਤਹਿਸੀਲਦਾਰ ਰਲਿਆ ਹੋਇਆ, ਜਿਹਨੇ ਬਿਲਕੁਲ ਰਲਿਆ ਨਾ, ਉਹਨਾਂ ਦੇ ਬਿਨਾਂ ਤੇ ਹੋ ਨਹੀਂ ਸਕਦੀ। ਉਹ ਤੇ ਇੱਕ ਫਰਦ ਵੇਂਦੇ ਆ ਦੀ ਫਰਦ ਲੈਣ ਚੱਲੋ, ਗੁਜ਼ਾਰੀ ਪੈਸੇ ਲੈਂਦੇ ਆ, ਦਿੰਦੇ ਨਹੀਂ, ਫਰਦ ਨਹੀਂ ਦਿੰਦੇ, 3 ਤਕਾਲੀ ਆਪਣਾ ਕਰਾ ਸਕਦੇ। ਇਹ ਆਪ ਇਦਾਂ ਦਾ ਇੱਕ ਮੈਨੂੰ ਤਹਿਸੀਲਦਾਰ ਸਾਹਿਬ ਸੁਣਾ ਰਹੇ ਸੀ, ਉਹ ਆਂਦੇ ਵੀ ਮੇਰੇ ਕੋਲ ਨਾ ਜਿਲਦ ਜਿਹੜੀ ਆ ਉਹ ਕੋਈ ਰੁਪਈਆ 10,000 ਦੇ ਕੇ ਸਾਰੀ ਸਾਈਨ ਕਰਾ ਗਿਆ ਪਟਵਾਰੀ। ਆਂਦੇ ਮਗਰੋਂ ਪਤਾ ਲੱਗਾ ਆਪ ਇੱਕ ਇੰਤਕਾਲ ਦੇ ਨੇ 2 ਲੱਖ ਲਿਆ ਸੀ, ਉਹ ਸ਼ਿਕਾਇਤ ਹੋ ਗਈ। ਅੱਛਾ ਚਲੋ ਦੇਖੋ ਗੱਲ ਇਹ ਸੰਸਥਾ ਦੇ ਸਾਬਕਾ ਪ੍ਰਧਾਨ ਨੇ ਸ਼ਿਕਾਇਤ ਕੀਤੀ, ਤਹਿਸੀਲਦਾਰ ਸਾਹਿਬ ਪੈਸੇ ਬੜੇ ਲੈ ਆਂਦੇ, ਮੈਂ ਤੇ ਲਏ ਨਹੀਂ। ਉਹ ਪਟਵਾਰੀ ਜਾ ਕੇ ਮਗਰੋਂ 2 ਲੱਖ ਵਾਪਸ ਕਰਕੇ ਆ। ਮਤਲਬ ਪੈਸੇ ਇਹਨਾਂ ਦੀ ਦੇਖੋ ਰੇਟ ਕਿੰਨੇ ਆ, ਇਹਦਾ ਨਾ ਬਿਹਾਰੀ ਸਿਹਾਰੀ, ਬਿੰਦੀ ਟਿੱਪੀ, ਲੈਂਕੜ ਸਾਡੇ ਫਰਕ ਪਾਤਾ ਸੀ। ਉਹ ਠੀਕ ਆ, ਠੀਕ ਆ, ਦੂਜੀ ਆ ਫਰਕ ਪਾਤਾ ਸੀ ਤੇ ਉਹ ਸਹੀ ਨਿਕਲ ਗਏ। ਨਹੀਂ ਉਹਨੂੰ ਉੱਤੇ ਲੋਕੜ ਤੋਂ ਲੋਕੜ ਬਾਹਰ ਉਹਦੇ ਮੈਂ ਵੀ ਚਲੋ ਵੀ ਪੱਤਰਕਾਰ ਸਾਹਿਬ ਨਹੀਂ ਚਲੋ ਅਸੀਂ ਕਰਵਾ ਲਿਆ ਆਪਣਾ, ਠੀਕ ਹੈ। ਹੁਣ ਵੇਖੋ ਵੀ ਜਿਹਨੇ ਉਹਨੂੰ ਦੀ ਕਬਜ਼ਾ ਦਵਾਤਾ, ਐਸਐਸਪੀ ਨੇ ਇਨਕੁਆਇਰੀ ਦੇਤੀ ਐਸਪੀਡੀ ਨੂੰ, ਕਰਮ ਸਿੰਘ ਨੇ ਚਾਬੀਆਂ ਦੇਤੀਆਂ। ਕੀ ਕਰਮ ਸਿੰਘ ਤੇ ਉਹਦੀ ਹੁਣ ਡਿਮਾਂਡ ਆ, ਉਹ ਜਿਹੜੀ ਅਮਰਜੀਤ ਕੌਰ ਦੀ ਨੂੰਹ ਆ, ਉਹ ਆਂਦੀ ਵੀ ਕਰਮ ਸਿੰਘ ਤੇ ਅਸ਼ੋਕ ਕੁਮਾਰ ਜਿਹੜੇ ਨਾ ਸਾਥੀ ਦੋਵੇਂ ਹੀ ਉਹਦੇ ਦਫ਼ਤਰ 'ਚ ਬਹਿੰਦੇ, ਮਾਨੂਕੇ ਦੇ, ਮਤਲਬ ਦੋਵੇਂ ਉਹਨਾਂ ਦੇ ਕਲੋਜ਼ ਬੰਦੇ ਹੀ, ਤਾਦੀ ਦਫ਼ਤਰ 'ਚ ਬਹਿੰਦੇ ਨਾ, ਮਾਨੂਕੇ ਕੇ ਤੇ ਉਹਦੇ ਹਸਬੈਂਡ ਦੇ। ਉਹ ਆਂਦੇ ਜਿਨ੍ਹਾਂ ਨੇ ਪਟਵਾਰੀ ਨੇ ਜਾਂ ਤਹਿਸੀਲਦਾਰ ਨੇ ਰਜਿਸਟਰੀ ਕੀਤੀ, ਜਾਲੀ ਕਾਗਜ਼ ਬਣਾਏ, ਇਹਨਾਂ ਸਾਰਿਆਂ ਤੇ ਹੁਣ ਕਾਨੂੰਨੀ ਕਾਰਵਾਈ ਕਰੋ। ਇਹੀ ਡਿਮਾਂਡ ਸੁਖਪਾਲ ਖਹਿਰੇ ਨੇ ਕੀਤੀ ਆ। ਉਹਨਾਂ ਦੀ ਡਿਮਾਂਡ ਬਿਲਕੁਲ ਠੀਕ ਹੈਗੀ ਆ। ਜਿਹੜੇ ਜਾਲੀ ਕੰਮ ਕਰਨ ਦੇ ਆਉਣਾ ਹੀ ਕੱਲ ਨੂੰ, ਇਹ ਤਾਂ ਜਦੋਂ ਤਹਿਸੀਲਦਾਰ ਦੇ ਪਰਚਾ ਹੋਊਗਾ ਜਾਂ ਨਾਇਬ ਤਹਿਸੀਲਦਾਰ ਜਿਹਨੇ ਰਜਿਸਟਰੀ ਕੀਤੀ ਆ, ਫਿਰ ਹੜਤਾਲ ਕਰਕੇ ਬਹਿ ਜਾਓ। ਇਹਦਾ ਮਤਲਬ ਵੀ ਤੁਹਾਨੂੰ ਲਾਇਸੈਂਸ ਮਿਲ ਗਿਆ, ਜਿਹਦੇ ਮਰਜ਼ੀ ਜਾਲੀ ਕਾਗਜ਼ ਬਣਾ ਲਓ। ਹੁਣ ਪਟਵਾਰੀ ਨੂੰ ਪਤਾ ਹੁੰਦਾ ਕਿਹੜੀ ਸ਼ਾਮਲਾ ਜ਼ਮੀਨ ਪਈ ਆ, ਕਿਹੜੀ ਦੂਜੀ ਹੁੰਦੀ ਆ। ਉਹ ਲੀਡਰ ਨਾਲ ਰਲ ਕੇ ਲੀਡਰ ਲਵਾਉਂਦੇ ਕਿਉਂ ਉਹਨਾਂ ਨੂੰ? ਉਹ ਆਂਦੇ ਜਾ ਵੀ ਪਟਵਾਰੀਆ ਤੈਨੂੰ ਲਵਾ ਦੇਣਾ 6 ਮਹੀਨੇ, ਮੈਨੂੰ ਕੋਈ ਜ਼ਮੀਨ ਦੱਸਣੀ, ਉਹਦੇ ਆਪਣੇ ਕਾਗਜ਼ ਬਣਵਾ ਲੈਂਦੇ ਆ। ਮਤਲਬ ਗੱਲ ਕਿ ਆਵਾ ਇੰਨਾ ਊਤ ਗਿਆ, ਇਸੇ ਕਰਕੇ ਉਹ ਲੋਕੀ ਕਹਿੰਦੇ ਆ ਵੀ ਸਾਡਾ ਵਿਸ਼ਵਾਸ ਤਦ ਬਹਾਲ ਹੋਊ ਜੇ ਸੀਐਮ ਸਾਹਿਬ ਇਹਦੀ ਕੰਪਲੀਟ ਜਾਂਚ ਕਰਾਉਣ, ਸਹੀ ਜਾਂਚ ਕਰਾਉਣ। ਅਸੀਂ ਸਾਰੇ ਦੋਸ਼ੀ ਇਹਨਾਂ ਤੇ ਕਾਰਵਾਈ ਕਰੋ। ਸੁਖਪਾਲ ਖਹਿਰਾ ਧਮਕੀ ਦੇਤੀ ਆ, ਪੀਜੀਆਈ ਹਾਈ ਕੋਰਟ ਵੀ ਜਾਵਾਂਗੇ, ਧਰਨਾ ਵੀ ਲਾਵਾਂਗੇ, ਐਸਐਸਪੀ ਦਫ਼ਤਰ ਦਾ ਘਿਰਾਵ ਕਰਾਂਗੇ ਜੇ ਕਾਰਵਾਈ ਨਾ ਹੋਈ। ਇਹ ਜਿੱਦਣ ਹੀ ਇਹ ਮਾਮਲਾ ਸਾਹਮਣੇ ਆਇਆ ਨਾ, ਸਰਬਜੀਤ ਕੌਰ ਮਾਨੂਕੇ ਨੂੰ ਪਾਸੇ ਹੋ ਜਾਣਾ ਚਾਹੀਦਾ ਸੀ। ਜਿਵੇਂ ਤੁਸੀਂ ਕਿਹਾ ਵੀ ਆਹ ਵੀ ਚਾਬੀ ਦਵਾਉਣੀ ਚਾਹੀਦੀ ਸੀ, ਹੁਣ ਜੀ ਦਿੱਤੀ। ਹੁਣ ਚਾਬੀ ਦਵਾਉਣੀ, ਪਹਿਲੇ ਤੇ ਇਹ ਕਹਿੰਦਾ ਸੀ ਜਿਹੜਾ ਕਰਮ ਸਿੰਘ ਵੀ ਮੇਰੇ ਕੋਲ ਸਾਰੇ ਕਾਗਜ਼ ਆ। ਕੱਲ ਮੈਂ ਦੇਖ ਰਿਹਾ ਸੀ ਇੱਕ ਚੈਨਲ ਵਾਲੇ ਨੂੰ ਲੱਭ ਰਹੇ ਆ, ਵੇਖੋ ਅਸ਼ੋਕ ਕੁਮਾਰ ਨੂੰ ਬਾਹਰ ਭਜਾਤਾ ਤੇ ਮਗਰੋਂ ਕਹਿੰਦੇ ਸਾਨੂੰ ਲੱਗਦਾ ਡਰ ਵੀ ਉਹ ਬਾਹਰ ਭੱਜੂਗਾ। ਉਹ ਪਹਿਲੇ ਦੀ ਭਜਾਤਾ ਬਾਹਰ। ਇੱਕ ਆਰਗੇਨਾਈਜ਼ਡ ਕ੍ਰਾਈਮ ਹੈ, ਆਰਗੇਨਾਈਜ਼ਡ ਕ੍ਰਾਈਮ ਆ। ਜੀ ਪਹਿਲੇ ਕਹਿੰਦੇ ਵੀ ਤੁਹਾਨੂੰ 92 ਇਸ ਕਰਕੇ ਸੀਟਾਂ ਮਿਲੀਆਂ ਵੀ ਤੁਸੀਂ ਕੋਈ 올림픽 'ਚ ਮੈਡਲ ਥੋੜੀ ਜਿੱਤੇ ਆ, ਤੇ ਤੁਸੀਂ ਕਿਹੜੇ ਕੱਦੂ 'ਚ ਤੀਰ ਮਾਰੇ ਆ, ਵੀ ਤੁਹਾਨੂੰ ਇਸ ਕਰਕੇ ਵੀ ਪੰਜਾਬ ਦਾ ਘਾਣ ਹੋ ਰਿਹਾ, ਪੰਜਾਬ ਕਰਜ਼ਦਾਰ ਹੋ ਗਿਆ, ਬੇਰੁਜ਼ਗਾਰ ਹੋ ਗਿਆ, ਨਸ਼ੇ ਦੀ ਦਲਦਲ 'ਚ ਧਸ ਗਿਆ, ਇੱਥੋਂ ਦਾ ਨੌਜਵਾਨ ਬਾਹਰ ਜਾਣ ਲੱਗ ਗਿਆ, ਲੋਕਾਂ ਨੂੰ ਸਿਸਟਮ ਤੇ ਯਕੀਨ ਨਹੀਂ ਰਹਿ ਗਿਆ। ਇਸ ਕਰਕੇ ਤੁਹਾਨੂੰ ਦਿੱਤੇ ਸੀ। ਚਲੋ ਉਮੀਦ ਕਰਦੇ ਹਾਂ ਬ੍ਰਾਂਡ ਸਿਸਟਮ ਨਾਲ ਕ੍ਰਾਈਮ ਹੋਇਆ। ਐਮਐਲਏ ਸਾਹਿਬਾਂ ਨੂੰ ਮੇਰੇ ਹਿਸਾਬ ਨਾਲ ਪਤਾ ਹੋਣਾ ਚਾਹੀਦਾ ਹੈ। ਦੇਖੋ ਜੇ ਨਹੀਂ ਪਤਾ ਤੇ ਇਨਸਾਫ ਕਰ ਦਿੰਦੇ, ਇਹਨਾਂ ਦੀ ਬੱਲੇ ਬੱਲੇ ਸਾਰੇ ਪੰਜਾਬ 'ਚ ਹੋਣੀ। ਖਹਿਰਾ ਸਾਹਿਬ ਨੂੰ ਮੌਕਾ ਨਹੀਂ ਮਿਲਣਾ ਇਹਨਾਂ ਦੇ ਉਂਗਲ ਚੁੱਕਣ ਦਾ। ਬਿਲਕੁਲ ਠੀਕ ਗੱਲ ਹੈ, ਕਿਉਂਕਿ ਜੇ ਐਮਐਲਏ ਕੋਲ ਬਹੁਤ ਤਾਕਤ ਹੁੰਦੀ ਹੈ ਤੇ ਨਾਲੇ ਤੁਹਾਡਾ ਕੰਮ ਹੈ ਜਨ ਪ੍ਰਤੀਨਿਧੀ ਹੋ ਤੁਸੀਂ, ਜਿਹੜੇ ਪੱਤੇ ਲੈਂਦੇ ਹੋ। ਅਸੀਂ ਤੇ ਪਹਿਲੇ ਵੀ ਕਿਹਾ ਵੀ ਜਨਤਾ ਦੇ ਦਿੱਤੇ ਟੈਕਸ ਦੇ ਤੇ ਕਮ ਸੇ ਕਮ ਜਨਤਾ ਦਾ ਲਹੂ ਪੀਣਾ ਤੇ ਬੰਦ ਕਰੋ। ਜੇ ਤੇ
ਐਨਆਰਆਈ ਪਰਿਵਾਰ ਨੂੰ ਸੋਸ਼ਲ ਮੀਡੀਆ ਸਾਰਾ ਇਹਨਾਂ ਦੀ ਸਪੋਰਟ ਮਿਲ ਗਈ, ਵਿਪਕਸ਼ੀ ਪਾਰਟੀਆਂ ਨੇ ਮਾਮਲਾ ਚੁੱਕ ਲਿਆ ਤੇ ਉਹਨਾਂ ਦੀ ਕੋਠੀ ਵਾਪਸ ਹੋ ਗਈ। ਨਹੀਂ ਤੇ ਰਕੇਸ਼ ਜੀ ਇੰਨੀ ਕਾਨੂੰਨੀ ਪ੍ਰਕਿਰਿਆ ਆਪਣੀ ਪਚੀਦਾ ਨਾ, ਉਸ ਚੱਕਰ ਦੇ ਵਿੱਚ ਹੀ ਬੰਦਾ ਉਲਝਿਆ ਰਹਿੰਦਾ ਤੇ ਬੰਦਾ ਹਾਰ ਕੇ ਕਹਿੰਦਾ ਦਫਾ ਕਰ, ਮੈਂ ਕੀ ਲੈਣ ਦੇਣਾ। ਉਹਨਾਂ ਨੂੰ ਜਾਂਦਾ ਉਹ ਪੁਲਿਸ ਵਾਲੇ ਕਹਿ ਦਿੰਦੇ ਆ, ਉਹ ਅੱਧੇ ਜਦੇ ਜਿਹੜੇ ਮਿਲਦੇ ਲੈ ਲਓ ਚੁੱਪ ਕਰਕੇ, ਉਹ ਬੰਦੇ ਬੜੇ ਬਦਮਾਸ਼ ਆ, ਤੁਹਾਨੂੰ ਉਲਝਾ ਛੱਡਣਗੇ, ਬਾਹਰ ਨਹੀਂ ਜਾ ਸਕੋਗੇ, ਕੇਸ ਕਰਾ ਦੇਣਗੇ, ਇਹਦੇ ਬੱਚੇ ਬਣਾ ਲੈਂਦੇ ਆ, ਉਹਨਾਂ ਦੇ ਕੇਸ ਪਵਾ ਦਿੰਦੇ ਵੀ ਬਾਹਰ ਜਾ ਸਕਣ, ਉਹ ਡਰਦੇ ਕੋਠੀ ਲਈ ਜਾਂਦੇ ਆ। ਇਸ ਕੇਸ ਦੇ ਵਿੱਚ ਪੁਲਿਸ ਦੀ ਭੂਮਿਕਾ ਬੜੀ ਪੋਜ਼ਿਟਿਵ ਰਹੀ ਹੈ। ਪੁਲਿਸ ਨੇ ਇਹ ਦੱਸਿਆ ਵੀ ਹਰ ਪੁਲਿਸ ਗਲਤ ਨਹੀਂ ਹੁੰਦੀ, ਜ਼ਮੀਰ ਹੁੰਦਾ ਹਰ ਬੰਦੇ ਦਾ ਜੀ, ਜ਼ਮੀਰ ਵਾਲੇ ਵੀ ਬੜੇ ਹੈਗੇ ਆ ਤੇ ਬੇਜ਼ਮੀਰੇ ਬੜੇ ਹੈਗੇ ਆ। ਅਬ ਦੇਖੋ ਜਿਹੜੇ ਗੱਲ ਤੇ ਹੈ ਕਿ ਜੇ ਕਿਸੇ ਨੇ ਕੋਈ ਗਲਤ ਕੰਮ ਨਹੀਂ ਕੀਤਾ, ਚਾਹੇ ਉਹ ਤਹਿਸੀਲਦਾਰ ਹੈ ਚਾਹੇ ਨਾਇਬ ਤਹਿਸੀਲਦਾਰ ਹੈ, ਤੇ ਉਹਨੂੰ ਡਰ ਕਾਹਦਾ? ਤੁਸੀਂ ਕਿਉਂ ਸਟ੍ਰਾਈਕ ਤੇ ਜਾਂਦੇ ਹੋ? ਸਾਡੇ ਤਹਿਸੀਲਦਾਰ ਸਾਹਿਬ ਇੱਕ ਆ ਗਏ ਨੰਬਰ 2 ਯੰਗ, ਬਹੁਤ ਵਧੀਆ ਕੰਮ ਕਰ ਰਹੇ ਆ, ਨਹੀਂ ਪੈਸੇ ਲੈਂਦੇ ਤੇ ਨਾ ਨਹੀਂ ਆਇਆ ਉਹਨਾਂ ਦਾ। ਮੈਂ ਗਿਆ ਡਿਸਟ੍ਰਿਕਟ ਗਿਆ, ਉਹਨਾਂ ਬਹਿ ਕੇ ਚਾਹ ਵੀ ਆਪਣੇ ਕੋਲੋਂ ਭੇਜ ਮੈਨੂੰ। ਹਾਂ ਤੇ ਹੈਗੇ ਬਹੁਤ ਸਾਰੇ ਅਫਸਰ ਅਸੀਂ ਚੰਗੇ ਬੰਦੇ ਆ, ਸਾਰੇ ਦੇ ਪ੍ਰਸ਼ਨ ਰੱਖੇ ਸੀ। ਅਸੀਂ ਪਿੱਛੇ ਵੀ ਪ੍ਰੋਗਰਾਮ ਕੀਤਾ ਸੀਗਾ, ਯਾਦ ਹੋਣਾ ਤੁਹਾਨੂੰ, ਹਰਿਆਣਾ ਵਿਕਾਸ ਕੌਸ਼ਲ ਫੰਡ ਵੀ ਦੇਸ਼ ਦੀ IAS, ਦੇਸ਼ ਦੀ ਸਭ ਤੋਂ ਵੱਡੀ ਅਫਸਰਸ਼ਾਹੀ, ਦੇਸ਼ ਦੀ ਨੀਂਹ ਜਿਹਦੇ ਦਿੱਤੀ ਗਈ ਹੈ, ਤੇ ਲੋਕਾਂ ਨੂੰ ਉਮੀਦ ਹੈ ਇਹਨਾਂ ਕੋਲੋਂ ਸਾਨੂੰ ਇਨਸਾਫ ਮਿਲੇਗਾ, ਤੇ ਇਹ ਆਪਣੇ ਅਦਾਲਤਾਂ ਵੀ ਲਾਉਂਦੇ ਆ, ਬਹਿ ਕੇ ਇਨਸਾਫ ਵੀ ਕਰਦੇ ਆ। ਡਿਸਟ੍ਰਿਕਟ ਮੈਜਿਸਟ੍ਰੇਟ ਦਾ ਜਿਹੜਾ ਇਹਨਾਂ ਨੂੰ ਦਰਜਾ ਪ੍ਰਾਪਤ ਹੁੰਦਾ ਹੈ, ਪਰ ਇਹਨਾਂ ਨੂੰ ਵੀ ਭ੍ਰਸ਼ਟਾਚਾਰ ਦੀ ਜਿਹੜੀ ਦੀਮਕ ਲੱਗੀ ਹੈ। IAS ਵਿਜੇ ਦਾਈਆ ਨੇ, ਜਿਨ੍ਹਾਂ ਦੇ ਉੱਤੇ ਇਹ ਆਰੋਪ ਹੈ, ਹਰਿਆਣਾ ਵਿਕਾਸ ਕੌਸ਼ਲ ਮਿਸ਼ਨ ਦੇ ਸੈਂਟਰਾਂ 'ਚ ਇਹਨਾਂ ਨੇ ਫੰਡ ਰਿਲੀਜ਼ ਕਰਨ ਦੇ ਨਾਂ ਤੇ ਕਮਿਸ਼ਨ ਦੇ ਤੌਰ ਤੇ ਪੈਸਾ ਖਾਧਾ, ਕਰੋੜਾਂ ਰੁਪਏ ਦੀ ਜਿਹੜੀ ਹੈ ਇਹਨਾਂ ਨੇ ਫੰਡ ਜਿਹੜਾ ਉਹ ਕੀਤਾ, ਜਾਰੀ ਕੀਤਾ, ਤੇ ਉਹਦੇ ਬਦਲੇ ਕਮਿਸ਼ਨ ਦੇ ਆਰੋਪ ਇਹਨਾਂ ਤੇ ਲੱਗੇ ਆ। ਸਾਬਤ ਹੋਣੇ ਕਿ ਨਹੀਂ ਅਦਾਲਤ ਨੇ ਕਰਾਂ, ਪਰ ਹੁਣ ACB ਐਂਟੀ ਕਰਪਸ਼ਨ ਬਿਊਰੋ ਨੇ ਸ਼ਿਕੰਜਾ ਇਹਨਾਂ ਤੇ ਕੱਸਤਾ ਹੈ। ਪਿੱਛੇ ਅਸੀਂ ਵੀ ਪ੍ਰੋਗਰਾਮ ਕੀਤਾ ਸੀ, ਹਾਈ ਕੋਰਟ ਨੇ ਇਹਨਾਂ ਦੀ ਜ਼ਮਾਨਤ ਜਿਹੜੀ ਉਹ ਰੱਦ ਕਰ ਦਿੱਤੀ ਸੀ। ਹੁਣ ਇਹ ਕਿਹਾ ਜਾ ਰਿਹਾ ਵੀ ਇਹ ਵਿਦੇਸ਼ ਨਾ ਭੱਜਣ, ਤੇ ACB ਨੇ ਇਹਨਾਂ ਦੇ ਉੱਪਰ ਅੱਜ ਇਹਨਾਂ ਦੇ ਘਰ 'ਚ ਰੇਡ ਮਾਰੀ ਹੈ। ਬਿਲਕੁਲ ACB ਨੇ ਇਹਨਾਂ ਦੇ ਘਰ 'ਚ ਰੇਡ ਮਾਰੀ ਆ, ਤੇ ਚੰਡੀਗੜ੍ਹ ਦੇ ਵਿੱਚ ਇਹਨਾਂ ਦੇ ਘਰ ਵਾਲਿਆਂ ਨੇ ਪੁੱਛਗਿੱਛ ਕੀਤੀ ਆ। ਜਦੋਂ ਆਰੋਪਾਂ ਤੋਂ ਬਾਅਦ ਇਹਨਾਂ ਨੂੰ ਪੁੱਛਗਿੱਛ ਹੋ ਚੁੱਕੀ ਸੀ, ਉਸ ਤੋਂ ਬਾਅਦ ਇਹ ਫਰਾਰ ਹੋ ਗਏ। ਪੰਚਕੂਲਾ ਦੀ ਵੀ ਅਦਾਲਤ 'ਚ ਵੀ ਇਹਨਾਂ ਨੇ ਲਾਈ ਬੇਲ, ਹਾਈ ਕੋਰਟ 'ਚ ਵੀ ਲਾਈ ਸੀ, ਦੋਵਾਂ ਥਾਂ ਤੋਂ ਮਿਲੀ ਨਹੀਂ, ਰਿਜੈਕਟ ਹੋ ਗਈ ਇਹਨਾਂ ਦੀ ਬੇਲ। ਹਾਈ ਕੋਰਟ ਨੇ ਇੱਕ ਟਿੱਪਣੀ ਸੀ ਵੀ ਇਹ ਕਹਿੰਦੇ ਸੀ ਵੀ ਇਹ ਮਾਮਲਾ ਬਹੁਤ ਸੰਗੀਨ ਤੇ ਆਰੋਪ ਵੀ ਜਿਹੜੇ ਆ ਬੜੇ ਗੰਭੀਰ ਹੈ, ਇਸ ਕਰਕੇ ਇਹਨਾਂ ਨੂੰ ਕੋਸ਼ਿਸ਼ ਜ਼ਰੂਰ ਹੋਣੀ ਚਾਹੀਦੀ ਹੈ, ਕੋਸ਼ਿਸ਼ ਕਰਨ ਦੀ ਵੀ ਇਹਨਾਂ ਦਾ ਪਾਸਪੋਰਟ ਜ਼ਬਤ ਕਰ ਲਿਆ ਜਾਵੇ ਜੀ। ਤੇ ਇਹਦੇ ਮਿਲੇ ਨਹੀਂ, ਪੁਸ਼ਟੀ ਨਹੀਂ ਹੋਈ ਵੀ ਜਦ ਉਹਨਾਂ ਨੂੰ ਲੱਗਦਾ ਵੀ ਇਹ ਵਿਦੇਸ਼ ਨਾ ਕਿਤੇ ਭੱਜੇ। ਤੁਹਾਨੂੰ ਪਤਾ ਇਹਨਾਂ ਸਾਰਿਆਂ ਵਿਦੇਸ਼ਾਂ 'ਚ ਪ੍ਰਾਪਰਟੀ ਬਣਾਈ ਹੁੰਦੀ ਆ। ਹੁਣ ਜਿਹੜੀ ਇਹਦੇ ਸਾਥੀ ਜਿਹਦੇ ਮਾਧਿਅਮ ਨਾਲ ਇਹ ਰਿਸ਼ਵਤ ਲੈਂਦਾ ਸੀ ਜੀ, ਪੂਨਮ ਚੋਪੜਾ ਜੀ, ਉਹਦੇ ਖਿਲਾਫ ACB ਨੇ ਚਾਰਜਸ਼ੀਟ ਫਾਈਲ ਕਰਤੀ ਆ, ਜਿਹਦੇ ਥਰੂ 5 ਲੱਖ ਰੁਪਇਆ ਲੈਣ ਦੀ ਗੱਲ ਚੱਲੀ, 3 ਲੱਖ ਰੁਪਇਆ ਲੈਂਦੇ ਫੜੀ ਗਈ ਰੰਗੇਥੀ ਪੰਚਕੂਲੇ ਦੇ ਵਿੱਚ। ਹੁਣ ਜਿਹੜੀ ਚਾਰਜਸ਼ੀਟ ਆ ਉਹ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ, ਕ੍ਰਿਮੀਨਲ ਕਨਸਪੀਰੇਸੀ ਤੇ ਐਕਸਟੋਰਸ਼ਨ ਚਾਰਜਸ, ਤੇ ਇਹਨਾਂ ਦੇ WhatsApp ਮੈਸੇਜ ਲਾਏ ਨਾਲ, ਤੇ ਨਾਲ ਇਹਨਾਂ ਦੀ ਰਿਕਾਰਡਿੰਗਾਂ ਲਾਈਆਂ ਚਾਰਜਸ਼ੀਟ ਦੇ ਵਿੱਚ। ਹੁਣ ਤੁਹਾਨੂੰ ਪਤਾ ਵੀ ਜਿਹੜਾ ਕੰਪਲੇਨੈਂਟ ਹੈ, ਜਿੱਦਾਂ ਆਪਾਂ ਅੱਗੇ ਦੱਸਿਆ, ਰਿੰਕੂ ਮਨਚੰਦਾ ਹੈਗਾ ਫਤਿਆਬਾਦ ਦਾ, ਕਰਨਾਲ ਫਤਿਆਬਾਦ ਦਾ, ਉਹ ਇੱਕ ਐਜੂਕੇਸ਼ਨ ਇੰਸਟੀਟਿਊਸ਼ਨ ਚਲਾਉਣ ਡਿਆ ਸੀ, ਗ੍ਰਾਮੀਣ ਸਿੱਖਿਆ, ਪਿਛਲੇ 10 ਸਾਲਾਂ ਤੋਂ ਜੀ। ਉਹਦੇ ਵਿੱਚ ਟ੍ਰੇਨਿੰਗ ਦਿੰਦੇ ਸੀ, ਇਹ ਜਿੱਦਾਂ 에ਅਰ ਟੈਕਨੀਸ਼ੀਅਨ ਦੀ ਹੋ ਗਈ, ਬਿਊਟੀ ਪਾਰਲਰ ਦੀ ਹੋ ਗਈ, ਤੇ ਬਹੁਤ ਸਾਰੇ ਕੋਰਸਿਸ ਕਰਦੇ ਗਰੀਬ ਬੱਚਿਆਂ ਨੂੰ ਕਰਾਣੇ ਹੁੰਦੇ ਆ। ਉਹਨੇ ਆਪਣੇ ਨਾਲ ਹਰਿਆਣਾ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਤਹਿਤ ਕਰਾ ਰਿਹਾ, ਸਾਰੀ ਟ੍ਰੇਨਿੰਗ ਕਰਾ ਰਹੇ, ਵੱਖ-ਵੱਖ ਰੈਫਰੀਜਰੇਸ਼ਨ ਦੀ। ਜਿਹੜੀ ਗੱਲ ਇਹ ਹੈ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਡ੍ਰੀਮ ਪ੍ਰੋਜੈਕਟ ਹੈ। ਫਿਰ ਇਹਨਾਂ ਦਾ ਡ੍ਰੀਮ ਜੌਬ ਬਣ ਗਿਆ ਜਦੋਂ ਪੈਸੇ ਮਿਲਣ ਲੱਗ ਪਏ। ਉਹਨੇ ਹੁਣ 50 ਲੱਖ ਰੁਪਏ ਬਿੱਲ ਆਪਣੇ ਕਲੇਮ ਲੈਣੇ ਸੀ, 3 ਸਾਲ ਤੋਂ ਫਸੇ ਹੀ, ਬੜੇ ਧੱਕੇ ਖਾ ਰਹੇ ਸਕਿੱਲ ਡਿਵੈਲਪਮੈਂਟ ਸੈਂਟਰ ਤੇ, ਮਿਲਦੇ ਨਹੀਂ ਜੀ। ਉੱਥੋਂ ਤੱਕ ਦੀਪਕ ਕੁਮਾਰ ਮੁਲਾਜ਼ਮ, ਉਹ ਕਹਿੰਦਾ ਵੀ ਤੂੰ ਪੂਨਮ ਚੋਪੜਾ ਕੋਲ ਜਾ, ਦਿੱਲੀ ਵਾਲੀ ਕੋਲ, ਉਹਦੇ ਲਿੰਕ ਹੈਗੇ ਜੀ। ਉਹ ਪੂਨਮ ਚੋਪੜਾ ਕੋਲ ਜਾਂਦਾ, ਤੇ ਪੂਨਮ ਚੋਪੜਾ ਦੀ ਜਿਹੜੀ ਆਂਦੀ ਹੈ ਵੀ ਵਿਜੇ ਦਈਆ ਨਾਲ ਮੇਰੀ ਬੜੀ ਗੱਲ ਆ। ਵਿਜੇ ਦਈਆ ਉਸ ਟਾਈਮ ਤੁਹਾਨੂੰ ਪਤਾ ਕਮਿਸ਼ਨਰ ਸੈਕਟਰੀ ਯੂਥ ਐਮਪਾਵਰਮੈਂਟ ਦੇ ਜੀ, ਉਹਨੇ ਵਿਜੇ ਦਈਆ ਨਾਲ ਗੱਲ ਕੀਤੀ। ਉਹ ਆਂਦੇ ਵੀ 5 ਲੱਖ ਮੰਗਦੇ ਆ, ਤੇ 5% ਮੈਂ ਵੀ ਲਵਾਂਗੀ, ਤੇ 5 ਲੱਖ ਦੇ ਵਿੱਚੋਂ 2 ਲੱਖ ਉਹ ਦੇ ਦਿੰਦਾ ਉਹਨਾਂ ਨੂੰ, ਤੇ 3 ਲੱਖ ਰੁਪਈਆ ਜਿਹੜਾ ਹੁੰਦਾ ਉਹ 20 ਅਪ੍ਰੈਲ ਨੂੰ ਦੇਣਾ ਹੁੰਦਾ, ਜਿਹੜਾ ਉਹਨਾਂ ਦਾ ਕਰ ਲੈਂਦੇ ਦੇਣ ਵਾਸਤੇ। ਜਦੋਂ ਪੰਚਕੂਲੇ ਦੇ ਵਿੱਚ ਦੇਣ ਜਾਂਦੇ ਆ ਪੈਸੇ, ਤੇ ਉਹ ਐਂਟੀ ਕਰਪਸ਼ਨ ਬਿਊਰੋ ਵਾਲਿਆਂ ਨਾਲ ਸੰਪਰਕ ਕਰ ਲੈਂਦਾ ਜੀ। ਉਹਨਾਂ ਰੰਗੇ ਹੱਥੀ ਉਹਨੂੰ ਪੈਸੇ ਲੈਂਦੇ ਆ, ਫੜ ਲੈਂਦੇ ਆ ਪੂਨਮ ਚੋਪੜਾ ਨੂੰ। ਇਹ ਕਿ ਜੀ ਉਹੀ ਹੈ ਮੈਡਮ ਜਿਹੜੇ ਕਹਿੰਦੇ ਸੀ ਵੀ ਹਰਿਆਣਾ 'ਚ ਕੋਈ ਵੀ ਕੰਮ ਹੋਵੇ ਮੈਂ ਕਰਾ ਦੂੰ, IAS ਨਾਲ ਮੇਰਾ ਸਭ ਦੇ ਬੱਚਿਆਂ ਨਹੀਂ ਮੇਰੇ ਕੋਲ ਪੜ੍ਹਦੇ, ਸਭ ਨਾਲ ਮੇਰੀ ਸਿੱਧੀ ਗੱਲ ਹੈਗੀ ਆ। 20 ਦੇ ਨੰਬਰ ਹੀ ਫੜੇ ਗਏ। ਇਹ ਵੀ ਕਿਹਾ ਸੀਗਾ ਵੀ ਜੇ ਕਿਤੇ ਹੋਰ ਵੀ ਡਿਪਾਰਟਮੈਂਟ 'ਚ ਕੰਮ ਹੋਵੇ ਤਾਂ ਮੈਨੂੰ ਦੱਸਿਓ, ਮੈਂ ਵੀ ਕਰਾ ਦੂੰਗੀ। ਤੇ ਜੀ ਵੇਖੋ ਨਾ, ਤੇ ਹੁਣ ਦਈਆ ਸਾਹਿਬ ਨਾਲ ਵੇਖ ਲਓ ਕਿੱਦਾਂ ਫਸ ਗਏ ਹੁਣ। ਫਿਰ ਜੀ ਸਵਾਲ ਤੇ ਦੇਖੋ ਇਹ ਆ ਵੀ
ਆਖਿਰਕਾਰ ਇਹ ਭੱਜ ਕਿਉਂ ਰਹੇ ਹੈ ਦਈਆ ਸਾਹਿਬ? ਸੰਵਿਧਾਨ ਜਿਹੜੇ ਸੰਵਿਧਾਨ ਦੀ ਸਹੁੰ ਖਾਂਦੇ ਆ ਜਦੋਂ ਇਹਨਾਂ ਨੇ ਕੁਰਸੀ ਲਈ, ਜਦੋਂ IAS ਬਣੇ, ਕਿ ਆਪਣੀ ਜ਼ਿੰਮੇਵਾਰੀ ਜਦੋਂ ਸੰਭਾਲਦੇ ਕਿ ਇਹਨਾਂ ਨੂੰ ਉਸੇ ਸੰਵਿਧਾਨ ਤੇ ਕਾਨੂੰਨ ਤੇ ਵਿਸ਼ਵਾਸ ਨਹੀਂ। ਜੇ ਤੁਸੀਂ ਕੁਝ ਗਲਤ ਨਹੀਂ ਕੀਤਾ, ਤੁਹਾਡੇ ਖਿਲਾਫ ਕੋਈ ਸਬੂਤ ਨਹੀਂ ਹੈ, ਜੇ ਤੁਹਾਡੇ ਖਿਲਾਫ ਕੋਈ ષਡਯੰਤਰ ਰਚਿਆ ਗਿਆ ਤੇ ਫਿਰ ਤੁਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ। ਭੰਡਾਰੀ ਸਾਹਿਬ, ਇਹਨਾਂ IAS ਅਧਿਕਾਰੀਆਂ ਦੀ ਮਰਜ਼ੀ ਤੋਂ ਬਗੈਰ ਕਰਪਸ਼ਨ ਹੋ ਹੀ ਨਹੀਂ ਸਕਦੀ। ਮੰਤਰੀ ਨੂੰ ਵੀ ਪੈਸੇ ਲੈਣ ਦੀ ਜਾਂਚ ਇਹ ਸਿਖਾਉਂਦੇ ਸਕੀਮਾਂ ਤੇ ਇਹਨਾਂ ਨੂੰ ਪਤਾ, ਮੰਤਰੀ ਨੂੰ ਥੋੜਾ ਪਤਾ ਹੁੰਦੀਆਂ, ਉਹਨਾਂ ਦੀ ਕਿਹੜੀ ਟ੍ਰੇਨਿੰਗ ਹੁੰਦੀ ਹੈ। ਇਹ ਦੱਸਦੇ ਆ ਜੇ ਮੰਤਰੀ ਨੂੰ 10% ਦਿੱਤਾ ਇਹਨਾਂ 30 ਖਾਣਾ। ਇਹ ਮੈਨੂੰ ਵਰਗੇ ਜੀ ਕੋਈ ਦੱਸ ਰਿਹਾ ਸੀ, ਕਹਿੰਦਾ ਵੀ ਜੇ ਕੋਈ ਇੱਕ ਮੰਤਰੀ ਗਲਤ ਕੰਮ ਕਰਾ ਲੈਂਦਾ ਨਾ ਕਿਸੇ ਅਧਿਕਾਰੀ ਕੋ, ਤੇ ਉਹ ਅਧਿਕਾਰੀ ਮੁੜ ਕੇ ਉਸੇ ਨੂੰ ਬੇਸ ਬਣਾ ਕੇ 15-20 ਕੰਮ ਆਪ ਕਰ ਲੈਂਦਾ। ਉਹ ਕਰ ਲੈਂਦੇ, ਮੰਤਰੀ ਨੂੰ ਗਾਣਾ ਕੀਤਾ ਹੁੰਦਾ ਅਫਸਰ ਨੇ, ਤੇ ਅਫਸਰ ਨੂੰ ਕੋਈ ਪੁੱਛਣ ਦਾ ਅਧਿਕਾਰ ਮੰਤਰੀ ਰੱਖਦਾ ਨਹੀਂ। ਹੁਣ ਕਿ ਜੀ ਜਿਹੜਾ ਮਾਮਲਾ ਹਰਿਆਣਾ ਵਿਕਾਸ ਕੌਸ਼ਲ ਫੰਡ ਦਾ ਸੀ, ਆਪਣੇ ਦਰਸ਼ਕਾਂ ਨੂੰ ਦੱਸ ਦਿਓ। ਫਲਾਈਂਗ ਸਕੁਐਡ ਬਣੀ ਸੀ, ਉੱਥੋਂ ਦੇ ਮੁੱਖ ਮੰਤਰੀ ਸਾਹਿਬ ਨੇ ਬਣਾਈ ਸੀ। ਉਹਨਾਂ ਨੇ ਪਿੰਡ ਜਾ ਕੇ ਇਹ ਜਾਣਕਾਰੀ ਇਕੱਠੀ ਕੀਤੀ। 5 ਜ਼ਿਲ੍ਹਿਆਂ ਦੀ ਚੈਕਿੰਗ ਹੋਈ। 5 ਸੈਂਟਰ ਐਸੇ ਸੀ ਜਿਹੜੇ ਬੰਦ ਪਾਏ ਗਏ, ਜਿਨ੍ਹਾਂ ਦੇ ਨਾਂ ਤੇ ਪੈਸੇ ਲਏ ਜਾਂਦੇ ਸੀ। 6500 ਬੱਚੇ ਦੇ ਨਾਂ ਤੇ ਪੈਸੇ ਲਏ ਜਾਂਦੇ ਸੀ, ਪਰ ਜਦੋਂ ਇਹ ਟੀਮ ਨੇ ਜਾਂਚ ਕੀਤੀ ਤੇ ਸਿਰਫ ਉੱਥੇ 1200 ਜਾਂ 1250 ਬੱਚਾ ਹੀ। ਇਹ ਸਾਰੀ ਜਾਣਕਾਰੀ ਆਪਾਂ ਪਹਿਲਾਂ ਵੀ ਦੇ ਚੁੱਕੇ ਹਾਂ। ਚਲੋ ਉਹ ਦੇਖੋ, ਛੱਤੀਗੜ੍ਹ ਵਿੱਚ ਇੱਕ IAS ਅਧਿਕਾਰੀ ਜੀ, ਉਹ ਸਾਬਕਾ ਐਕਸਾਈਜ਼ ਦੇ ਸੈਕਟਰੀ ਰਹਿ ਚੁੱਕੇ ਨਰਿੰਦਰ ਦਾਸ ਜੀ, ਉਹਨਾਂ ਨੂੰ ਈਡੀ ਲੱਭ ਰਹੀ ਆ। ਪਤਾ ਲੱਗਾ ਵੀ 2000 ਕਰੋੜ ਦਾ ਘਟਾਲਾ ਹੈਗਾ ਸ਼ਰਾਬ ਦਾ, ਜੇ ਚ ਇਹਨਾਂ ਲੱਭ ਰਹੇ ਆ। ਇਹਨਾਂ ਨੇ ਵੇਖੋ ਜੀ, ਈਡੀ ਦੇ ਸਪੈਸ਼ਲ ਜੱਜ ਦੀ ਕੋਰਟ ਦੇ ਵਿੱਚ ਲਾਈ ਬੇਲ, ਰਿਜੈਕਟ ਹੋ ਗਈ। ਸੁਪਰੀਮ ਕੋਰਟ ਲਾਈ, ਹਾਈ ਕੋਰਟ ਰਿਜੈਕਟ ਹੋ ਗਈ, ਸੁਪਰੀਮ ਕੋਰਟ ਲਾਤੀ। ਵਕੀਲ ਨੇ ਕਿਹਾ ਜੀ ਇਹਨਾਂ ਦੀ ਐਂਜੀਓਗ੍ਰਾਫੀ ਹੋਈ ਆ, ਇਹਨਾਂ ਦੀ ਕਿਡਨੀ ਖਰਾਬ ਆ, ਇਹਨਾਂ ਦਾ BP बढ़ाई ਰਹਿੰਦਾ। ਇਹ ਜਦੋਂ ਈਡੀ ਕੋ ਉਦੋਂ ਆਊਗੀ, ਜੱਜ ਸਾਹਿਬ ਨੇ ਕਿਹਾ ਆ ਜਾਣਗੇ, ਪੇਸ਼ ਹੋ ਜਾਣਗੇ, ਗੱਲ ਦੱਸਣਗੇ। ਆਂਦੇ ਵੀ ਇਦਾਂ ਨਹੀਂ ਕੰਮ ਚੱਲਣਾ। ਇਹ ਕਿਡਨੀਆਂ ਐਂਜੀਓਗ੍ਰਾਫੀ ਉਦੋਂ ਹੀ ਖਰਾਬ ਹੁੰਦੀਆਂ ਜਦੋਂ ਇਹਨਾਂ ਦੇ ਕੇਸ ਪੈ ਜਾਂਦਾ ਜਾਂ ਇਹ ਫੜੇ ਜਾਂਦੇ ਆ। ਇਹ ਮਤਲਬ ਇੱਕ ਨਹੀਂ, ਕਈ ਇਦਾਂ ਦੇ ਅਧਿਕਾਰੀ ਇੱਥੇ। ਹੁਣ ਵੇਖੋ ਨੀਲਿਮਾ ਸਿੰਘ, ਉਹਦੇ ਬਾਰੇ ਕੋਈ ਗੱਲ ਹੀ ਨਹੀਂ ਕਰਦਾ। ਹੁਣ ਉਹ ਛੱਡੋ ਰਗੇ ਜੀ, ਇੱਕ ਅਮਰੂਦਾਂ ਦੇ ਬਾਗਾਂ ਵਾਲੇ ਪਿਆਰ ਰਗੇ ਜੀ, ਉਹ ਨਹੀਂ ਦੇਖੋ ਉਹਦੇ ਚ ਰਗੇ ਜੀ ਨਵਾਂ ਮੋੜ ਸਾਹਮਣੇ ਆਇਆ। 16 ਬੰਦੇ ਪਹਿਲੇ ਫੜ ਲਏ ਸੀਗੇ, 17ਵੀਂ ਗ੍ਰਿਫਤਾਰੀ ਹੋ ਰਹੀ ਹੈ। 17ਵੀਂ ਹੋ ਗਈ ਹੈ ਕੇਸ ਦੀ। ਇਹ ਫਰਜ਼ੀ ਤਰੀਕੇ ਨਾਲ ਕਿੱਦਾਂ ਉੱਥੇ ਅਮਰੂਦਾਂ ਦੇ ਬਾਗ ਵਿਖਾਏ ਜਾਂਦੇ ਨੇ। 145 ਕਰੋੜ ਰੁਪਏ ਦਾ ਕੇਸ ਜੀ ਮੁਆਵਜ਼ਾ ਜਾਰੀ ਹੋਇਆ ਜੇ। ਤੇ ਦੇਖੋ ਕਿੰਨੀ ਇਹਨਾਂ ਨੇ। ਫਿਰ 2 IAS ਅਧਿਕਾਰੀ, ਉਹਨਾਂ ਦੀਆਂ ਪਤਨੀਆਂ ਦੇ ਨਾਮ ਵੀ ਸਾਹਮਣੇ ਆਏ। ਉਹ ਨੀਲਿਮਾ ਦਾ ਵੈਸੇ ਵੱਖਰਾ ਕੇਸ ਹੈ, ਉਹ PSIC ਨਾਲ ਜੁੜਿਆ ਹੋਇਆ ਹੈ। ਇਹ ਤੇ DC ਫਿਰੋਜ਼ਪੁਰ ਦੀ ਵਾਈਫ ਦਾ ਨਾਮ। ਜੀ, ਦੋ ਅਧਿਕਾਰੀ ਹੈ। ਹੁਣ ਵਿਜੀਲੈਂਸ ਨੇ ਇੱਕ ਹੋਰ ਅਧਿਕਾਰੀ, ਜਿਨ੍ਹਾਂ ਨੇ ਇਹ ਰਿਪੋਰਟ ਬਣਾਈ ਸੀ, ਤੇ ਵੇ ਕਹਿੰਦੇ ਡਾਕਟਰ ਸਾਹਿਬ ਉਹ ਹੈਗਾ ਵੀ ਜੀ ਬਾਗਬਾਨੀ ਡਿਪਾਰਟਮੈਂਟ, ਕੋਈ ਨਾ ਕੋਈ ਨਾ ਵੀ ਬਾਗਬਾਨੀ ਡਿਪਾਰਟਮੈਂਟ ਲਗਾ। ਉਹ ਕਹਿੰਦਾ ਲੋਕੀ ਕਹਿੰਦਾ ਭੁੱਖਾ ਮਰਦਾ ਹੋਣਾ, ਕੋਈ ਕੇਲੇ ਦੇ ਜਾਂਦਾ ਹੋਣਾ ਇਹਦੇ ਘਰ, ਕੋਈ ਸੰਤਰੇ ਦੇ ਜਾਂਦਾ ਹੋਣਾ, ਕੋਈ ਸੇਬ ਦੇ ਜਾਂਦਾ ਹੋਣਾ, ਫਰੂਟ ਖਾ ਕਿੰਨਾ ਗੱਲ ਕਿਤੇ। ਇਹ ਤੇ ਕਿਤੇ ਹੁਣ ਫੜ ਲਿਆ ਮੈਡਮ ਨੂੰ। ਇਹ ਜੀ ਹਾਰਟੀਕਲਚਰ ਡਿਵੈਲਪਮੈਂਟ ਅਫਸਰ ਆ ਖਰੜ ਦੀ ਜੀ, ਵਿਸ਼ਾਲੀ ਜੀ, ਇਹ 17ਵੀਂ ਰਸਤੇ ਦੀ ਪਈ ਜੇ। ਉਹਨੇ ਆਂਦੇ ਵੀ ਇਹਦੀ ਜਿਹੜੀ ਮੁਆਵਜ਼ਾ ਦੀ ਰਿਪੋਰਟ ਇਹਨੇ ਤਿਆਰ ਕੀਤੀ ਸੀ। ਇਹਦੀ ਰਿਪੋਰਟ ਤੇ ਹੀ 145 ਕਰੋੜ ਦਾ ਬੜਾ ਮੁਆਵਜ਼ਾ ਮਿਲਿਆ। ਤੁਹਾਨੂੰ ਪਤਾ ਮੋਹਾਲੀ ਦੇ ਵਿੱਚ ਗਮਾਡਾ ਨੇ ਜੀ, ਬਾਗਰਪੁਰਾ ਦੇ ਵਿੱਚ ਉਹ ਜੇ ਜ਼ਮੀਨ ਅਕਵਾਇਰ ਕਰਨੀ ਡਿਵੈਲਪਮੈਂਟ, ਉੱਥੇ ਫਿਰ ਜਿਹੜੇ ਵੱਡੇ ਸ਼ਾਹੂਕਾਰ ਉਹਨਾਂ ਲੋਕਾਂ ਕੋਲ ਜ਼ਮੀਨ ਪੱਟੇ ਤੇ ਲੈ ਲਈ, ਕਈਆਂ ਵਿਖਾਤੀ, ਅਮਰੂਦਾਂ ਦੇ ਬਾਗ ਝੂਠੇ ਵਿਖਾਤੇ। 2 IAS ਅਧਿਕਾਰੀ ਵੀ ਵਿੱਚ ਹੋ ਗਏ, ਉਹਨਾਂ ਦੀ ਪਤਨੀਆਂ ਦਾ ਨਾਂ ਆ ਗਏ। ਕੀ ਹੁੰਦਾ ਨਾ, ਅਫਸਰਾਂ ਨੂੰ ਤਾਂ ਪਹਿਲੇ ਪਤਾ ਲੱਗ ਜਾਂਦਾ ਵੀ ਕਿੱਥੇ ਕੀ ਹੋਣਾ, ਮੰਤਰੀਆਂ ਨੂੰ ਪਤਾ ਲੱਗ ਜਾਂਦਾ। ਉਹ ਜਦੋਂ ਪਤਾ ਲੱਗਿਆ, ਇਹਨਾਂ ਨੇ ਆਸੇ-ਪਾਸੇ ਜਿਹੜੇ ਕਿਸਾਨ ਸੀ ਨਾ, ਕਿਸੇ ਨੂੰ 50,000 ਤੇ ਕਿਸੇ ਨੂੰ ਲੱਖ ਰੁਪਏ ਤੇ ਉਹਨਾਂ ਕੋਲ ਜ਼ਮੀਨ ਹੈ। ਕਿਸਾਨ ਨੂੰ ਕਹਿੰਦੇ ਖੁਸ਼ੀ ਵੀ ਯਾਰ ਕੋਈ ਗੱਲ ਨਹੀਂ, ਸਾਨੂੰ ਤਾਂ ਪੈਸੇ ਮਿਲਣ ਰਹੇ ਆ। ਪਰ ਅੰਦਰਲੀ ਕਹਾਣੀ ਕਿਸੇ ਨੂੰ ਨਹੀਂ ਪਤਾ ਵੀ ਕਿਸ ਤਰ੍ਹਾਂ ਉੱਥੇ ਜਦੋਂ ਵੇਖੋ ਟੀਮ ਜਾਂਦੀ ਹੈ, ਇਹਨਾਂ ਦੇ ਚੀਤੇ ਫੜਨ ਵਾਲੇ ਪਿੰਜਰੇ ਲਾ ਦਿੰਦੇ ਵੀ ਕਿਸ ਤਰ੍ਹਾਂ ਫਿਲਮੀ ਸਟਾਈਲ ਦੇ ਨਾਲ ਪੂਰਾ ਮੁਆਵਜ਼ਾ ਖਾਧਾ ਗਿਆ। ਪਰ ਇਹ ਚਲੋ ਇਹ ਕੇਸ ਦਰਜ ਹੋਣ ਤੋਂ ਬਾਅਦ ਫਰਾਰ ਹੋ ਗਈ। ਇਹਨੇ ਡਿਸਟ੍ਰਿਕਟ ਕੋਰਟ 'ਚ ਭਾਈ ਬੇਲ ਜੀ ਰਿਜੈਕਟ ਹੋ ਗਈ। ਪੰਜਾਬ ਹਰਿਆਣਾ ਕੋਈ ਹਾਈ ਕੋਰਟ 'ਚ ਪੈਂਡਿੰਗ ਚੱਲਦੀ, ਹੁਣ ਚ ਵਿਜੀਲੈਂਸ ਇੱਥੇ ਚੜ ਗਈ। 17ਵੀਂ ਗ੍ਰਿਫਤਾਰੀ ਇਹਦੀ ਹੋ ਗਈ ਜੇ। ਤੇ ਵੇਖੋ ਵੀ ਜਿਹੜੇ ਲੈਂਡ ਐਕੁਜੀਸ਼ਨ ਕਲੈਕਟਰ ਆ ਨਾ, ਉਹਨਾਂ ਨੇ ਬਾਗਬਾਨੀ ਵਿਭਾਗ ਨੂੰ ਲਿਖਿਆ ਵੀ ਇਹ ਜਿਹੜੇ ਪੌਦੇ ਪਾਦੇ ਵੀ ਪਹਿਲਾਂ ਤਾਂ ਅਸੀਂ ਬਾਕੀ ਮੁਆਵਜ਼ਾ ਦੇਤਾ ਜ਼ਮੀਨ ਦਾ, ਹੁਣ ਫਸਲ ਦਾ ਵੀ ਦੇਣਾ। ਇਹਦੀ ਮੁੱਲ ਦੱਸੋ ਕਿੰਨਾ। ਪਹਿਲਾਂ ਕੋਈ ਇੱਕ ਜਸਪ੍ਰੀਤ ਸਿੰਘ ਸੀ ਜੀ, ਹਾਰਟੀਕਲਚਰ ਡਿਵੈਲਪਮੈਂਟ ਅਫਸਰ, ਡੇਰਾ ਬੱਸੀ ਤੋਂ ਉਹਨਾਂ ਨੂੰ ਦਿੱਤੀ ਸੀ। ਉਸ ਤੋਂ ਬਾਅਦ ਪਰ ਏਰੀਆ ਵਿਸ਼ਾਲੀ ਦਾ ਸੀ, ਫਿਰ ਵਿਸ਼ਾਲੀ ਨੇ ਦੇਤੀ, ਰਿਪੋਰਟ ਤਿਆਰ ਕਰਕੇ ਝੂਠੇ ਪੈਸੇ ਦਵਾਤੇ। ਤੇ ਹੁਣ ਵੇਖ ਲਓ ਵਿਸ਼ਾਲੀ ਜੀ ਜੇਲ੍ਹ ਯਾਤਰਾ ਕਰ ਰਹੇ। ਜਿਹੜੇ ਬਾਗਾਂ ਦੇ ਗੱਲ ਪਟਵਾਰੀ, ਇੱਕ ਕਹਾਵਤ ਹੁੰਦੀ ਸੀ ਵੀ ਇੱਥੇ ਤੇ ਸਾਰਾ ਕੰਮ ਹੀ ਕਹਿੰਦਾ ਹਰ ਇੱਕ ਹੀ ਉੱਲੂ ਕਾਫੀ ਹੈ, ਬਰਬਾਦੇ ਗੁਲਿਸਤਾਨ ਕਰਨੇ ਕੋ ਹਰ ਸ਼ਾਖ पे उल्लू बैठा है, अंजामे गुलिस्तान क्या होगा। ਕਿ ਜੀ ਸਮੱਸਿਆ ਹੈ ਕਿ ਇਹ ਸਾਡੇ ਪੰਜਾਬ ਨੂੰ ਸੋਨੇ ਦੀ ਚਿੜੀਆਂ ਲੁੱਟਣ ਦੇ ਪਏ ਆ ਵੀ ਇਹਨਾਂ ਨੂੰ ਹੁੰਦਾ ਲੁੱਟ ਕੇ ਖਾ ਰਹੇ ਆ। ਇਹਨਾਂ ਨੂੰ ਕੁਝ ਨਹੀਂ ਹੁੰਦਾ, ਇਹਨਾਂ ਢਿੱਡ ਪੀੜ ਵੀ ਨਹੀਂ ਹੁੰਦੀ। ਇਹ ਬਾਅਦ ਜਦੋਂ ਕੇਸ ਦਰਜ ਹੁੰਦਾ ਉਦੋਂ ਬਿਮਾਰ ਪੈ ਜਾਂਦੇ ਆ। ਉਦੋਂ ਕੋਈ ਮੇਰੀ ਬਾਈਪਾਸ ਹੋਈ, ਕੋਈ ਮੈਨੂੰ ਸਟੰਟ ਪਈ, ਕੋਈ ਮੈਨੂੰ ਕਿਡਨੀ ਬਿਮਾਰੀ। ਇਹਨਾਂ ਨੂੰ ਉਮੀਦ ਨਹੀਂ ਵੀ
ਇੰਨਾ ਬਦਲਾਅ ਆਊਗਾ, ਬਦਲਾਅ ਆਇਆ ਤੇ ਇਹ ਕਾਰਵਾਈ ਹੋ ਰਹੀ ਹੈ ਤੇ ਉਮੀਦ ਜਗੀ ਹੈ ਵਿਜੀਲੈਂਸ ਡਿਪਾਰਟਮੈਂਟ ਹੀ ਕੰਮ ਚੰਗਾ ਕਰ ਰਿਹਾ ਹੈ। ਮਾਨ ਸਰਕਾਰ ਦੀ ਜਿਹੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਮਨਸ਼ਾ ਬਿਲਕੁਲ ਜ਼ਿਆਦਾ ਜ਼ੀਰੋ ਟੋਲਰੈਂਸ ਦੀ ਗੱਲ ਤੇ ਉਹ ਕਰਦੇ ਨੇ, ਪਰ ਗੱਲ ਇਹ ਹੈ ਕਿ ਹੁਣ ਅਫਸਰਾਂ ਦੇ ਦਬਾਅ ਹੇਠਾਂ ਨਾ ਆਇਓ। ਜਿਹੜੇ ਵਾਕਈ ਜਿਹੜੇ ਬੰਦੇ ਚੋਰ ਨੇ, ਜਿਹੜੇ ਲੁੱਟ ਰਹੇ ਨੇ, ਜਿਨ੍ਹਾਂ ਨੇ ਕੋਈ ਗਲਤ ਕੰਮ ਕੀਤਾ ਉਹਨਾਂ ਦੇ ਉੱਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ, ਰਿਕਵਰੀ ਜ਼ਰੂਰ ਹੋਣੀ ਚਾਹੀਦੀ। ਸਾਰੇ ਚੋਰ ਹੜਤਾਲ ਕਰੀਏਗੇ ਫਿਰ ਜ਼ਰੂਰ ਵਿਚਾਰੇ ਕਲਰ ਕੀ ਮਾਰਨੇ ਜੇ, ਉਹਨਾਂ ਨੂੰ ਛੱਡ ਦਿਓ। ਕੱਲ ਜਿਵੇਂ ਪਰਸੋਂ ਇੱਕ ਐਸਆਈ ਫੜ ਲਿਆ ਜਿਹਨੇ 6000 ਮਜ਼ਦੂਰ ਕੋਲ ਰਿਸ਼ਵਤ ਲੈ ਲਈ, ਦੱਸੋ ਇੱਕ ਮਜ਼ਦੂਰ ਦਾ ਪੱਲੇਦਾਰ ਆ ਕੋ ਫੜ ਕੇ ਤੇ ਉਹਦੇ ਹੱਥ ਧਵਾਉਂਦੇ ਆ। ਚਲੋ ਕਿ ਜੀ ਆਪਣੇ ਚੀਫ ਸੈਕਟਰੀ ਸਾਹਿਬ ਰਿਟਾਇਰ ਹੋਣ ਵਾਲੇ ਐਸੇ ਮਹੀਨੇ ਉਹਨਾਂ ਦੀ 30 ਜੂਨ ਨੂੰ ਉਹਨਾਂ ਦੀ ਰਿਟਾਇਰਮੈਂਟ ਹੈ, ਵਿਜੇ ਕੁਮਾਰ ਜੰਜੂਆ ਜੀ। ਹੁਣ ਸਰਕਾਰ ਕੋਸ਼ਿਸ਼ ਕਰ ਰਹੀ ਹੈ ਵੀ ਜੰਜੂਆ ਸਾਹਿਬ ਨੂੰ ਨਾ ਕਿਸੇ ਤਰ੍ਹਾਂ ਐਕਸਟੈਂਸ਼ਨ ਮਿਲ ਜਾਏ, ਤੇ ਇੱਕ ਬੰਨੇ ਤੇ ਗਵਰਨਰ ਸਾਹਿਬ ਨਾਲ ਸਰਕਾਰ ਦਾ ਰਲਕਾ ਪਿਆ ਹੈ ਤੇ ਗਵਰਨਰ ਦੇ ਨਾਲ ਸਿੱਧਾ ਹੀ ਜਿਹੜਾ ਟਕਰਾਵ ਕੇਂਦਰ ਸਰਕਾਰ ਨਾਲ, ਮਾਨ ਸਾਹਿਬ ਨੇ ਕਿੱਥੇ ਉੱਥੇ ਜਾ ਕੇ ਜਿਵੇਂ ਰਾਮਲੀਲਾ ਮੈਦਾਨ 'ਚ ਉਹਨਾਂ ਨੂੰ ਮੋਦੀ ਨਰਿੰਦਰ ਪੁਤਿਨ ਕਹਿਤਾ ਸੀਗਾ, ਤੇ ਹੁਣ ਐਕਸਟੈਂਸ਼ਨ ਮਿਲੇ ਜਾਂ ਨਾ ਮਿਲੇ ਇਹ ਅਜੇ ਚੱਲ ਰਿਹਾ ਕੰਮ। ਤੇ ਨਾਲ ਦੀ ਨਾਲ ਇਹਨਾਂ ਨੇ ਕਹਿੰਦੇ ਵੀ ਜੇ ਐਕਸਟੈਂਸ਼ਨ ਨਹੀਂ ਮਿਲਦੀ ਵੀ ਉਹਨਾਂ ਨੂੰ ਕਿਵੇਂ ਉਹਨਾਂ ਦੀਆਂ ਸੇਵਾਵਾਂ ਲਈਆਂ ਜਾਣ, ਉਹਦਾ ਵੀ ਇੱਕ ਰਸਤਾ ਕਰ ਲਿਆ। ਮੈਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਲਾਉਣ ਦੀ ਵੀ ਤਿਆਰੀ ਕਰ ਲਈ ਗਈ ਹੈ। ਬਿਲਕੁਲ ਠੀਕ ਗੱਲ ਹੈਗੀ ਆ। ਵੇਖੋ ਮਾਨ ਸਾਹਿਬ ਦਾ ਜਿਹੜਾ ਮੋਦੀ ਸਾਹਿਬ ਨਾਲ ਪ੍ਰੇਮ ਬਹੁਤ ਸੈਂਟਰ ਦੀ ਸਰਕਾਰ ਨਾਲ, ਇਸ ਕਰਕੇ ਐਕਸਟੈਂਸ਼ਨ ਮਿਲਣੀ ਤੇ ਔਖੀ ਲੱਗਦੀ ਆ ਚੀਫ ਸੈਕਟਰੀ ਸਾਹਿਬ ਨੂੰ। ਮੇਰੇ ਇਹਨਾਂ ਲਿਖ ਕੇ ਬੜੇ ਚਿਰ ਦਾ ਭੇਜਿਆ, 30 ਜੂਨ ਵੀ ਆਉਣ ਵਾਲੀ ਆ। ਹਾਂ ਦੇਖੋ ਅੱਜ 22 ਜੂਨ ਹੋ ਗਈ ਤੇ ਇਹਨਾਂ ਨੇ ਪੀਪੀਐਸਸੀ ਦੇ ਚੇਅਰਮੈਨ ਦੀ ਵੀ ਐਡਵਰਟਾਈਜ਼ਮੈਂਟ ਕੱਢੀ ਸੀ 21 ਜੂਨ ਹੀ ਲਾਸਟ ਉਹਨੂੰ ਅਪਲਾਈ ਕਰਨ ਦੀ, ਤੇ ਬੜੇ ਜਿਹੜੇ ਸਾਬਕਾ ਸਿਵਲ ਤੇ ਪੁਲਿਸ ਅਧਿਕਾਰੀ ਉਹਨਾਂ ਨੇ ਅਪਲਾਈ ਕੀਤਾ। ਇਹਦੇ ਵਾਸਤੇ ਹੱਥ ਪੈਰ ਬੜੇ ਮਾਰਨ ਡੇ, ਹਰ ਕੋਈ ਆਪਣੀ ਚਲਾਣ ਡਿਆ, ਜੋਰ ਲਗਾ ਕਰਨ ਡਿਆ, ਲੋਬਿੰਗ ਕਰਨ ਡਿਆ ਵੀ ਮੈਂ ਸਿਲੈਕਟ ਹੋਵਾਂ, ਬੜੀ ਵਧੀਆ ਪੋਸਟ ਹੈਗੀ ਆ। ਤੇ ਲਾਸਟ ਦਿਨ ਇਹਨਾਂ ਨੂੰ ਜੰਜੂਆ ਸਾਹਿਬ ਨੇ ਅਪਲਾਈ ਵੀ ਕਰਤਾ। ਜੇ ਐਕਸਟੈਂਸ਼ਨ ਦੀ ਆਸ ਹੁੰਦੀ ਫਿਰ ਅਪਲਾਈ ਨਹੀਂ ਕਰਨਾ। ਹੁਣ 30 ਜੂਨ ਤੱਕ ਉਹਦੀ ਜਿਹੜੀ ਆ ਕਾਗਜ਼ਾਂ ਦੀ ਚੈਕਿੰਗ ਹੋਣੀ ਸਾਰੀ, ਤੇ ਲੱਗਦਾ ਵੀ ਪੀਪੀਐਸਸੀ ਦੇ ਚੇਅਰਮੈਨ ਲੱਗ ਜਾਣਗੇ। ਇੱਕ ਇਹ ਵੀ ਰਸਤਾ, ਦੂਜਾ ਇੱਕ ਵੀ ਹੈਗਾ ਵੀ ਇਹਨਾਂ ਨੂੰ ਇਹ ਵੀ ਹੋ ਸਕਦਾ ਵੀ ਜਿੱਦਾਂ ਪਿਛਲੇ ਚੀਫ ਸੈਕਟਰੀ ਸੁਰੇਸ਼ ਕੁਮਾਰ ਨੂੰ ਰੱਖਿਆ ਕੈਪਟਨ ਸਾਹਿਬ ਨੇ, ਸਰਕਾਰ ਉਸ ਤਰ੍ਹਾਂ ਉਹਨਾਂ ਨੂੰ ਆਪਣੇ ਨਾਲ ਸੇਵਾਵਾਂ ਲੈ ਸਕਦੀ ਉਸੇ ਤਰ੍ਹਾਂ ਦੇ ਉੱਤੇ। ਬਿਲਕੁਲ ਦੇਖੋ ਰਾਜ ਸਰਕਾਰ ਕੋ ਬੜੇ ਹੁੰਦੇ ਅੱਜ ਕਿਸੇ ਨੂੰ ਰੱਖਣਾ ਹੋਵੇ ਤੇ। ਬਾਕੀ ਚੀਫ ਸੈਕਟਰੀ ਦੀ ਐਕਸਟੈਂਸ਼ਨ ਔਖੀ ਲੱਗਦੀ, ਚਾਹੇ ਨੋਨ ਕੰਟਰੋਵਰਸ਼ੀਅਲ ਬੰਦੇ ਆ, ਬੜਾ ਵਧੀਆ ਸਰਕਾਰ ਨਾਲ ਕੰਮ ਕਰ ਰਹੇ ਆ, ਲੋਕਾਂ ਦੀ ਸੁਣਦੇ ਵੀ ਆ। ਆਈ ਵੀ ਕਈ ਵਾਰੀ ਪ੍ਰੋਬਲਮ ਉਹਨਾਂ ਨੂੰ WhatsApp ਕਰਦੇ 1 ਮਿੰਟ 'ਚ ਵਹਿੰਦੇ ਆ, ਉਹਦਾ ਹੱਲ ਵੀ ਕਰਦੇ ਆ। ਹਾਂ, ਤੇ ਉਹਦਾ ਹੱਲ ਵੀ ਕਰਦੇ ਆ। ਅਜੇ ਸੈਕਟਰੀ ਹੱਥ ਨਹੀਂ ਵਹਿੰਦੇ, ਨਾ ਉਹ WhatsApp ਵਹਿੰਦੇ, ਨਾ ਫੋਨ ਸੁਣਦੇ। ਉਹ ਚਲੋ ਸਮਝਾਇਆ ਹੋਣਾ ਵੀ ਸਰਕਾਰ ਨੇ ਵੀ ਨਹੀਂ ਸੁਣਨਾ ਕਿਸੇ ਦਾ ਫੋਨ। ਕਿ ਜੀ ਛੋਟੀ ਸੈਕਟਰੀ ਸੁਣਦੇ ਆ ਤੇ ਇਹਨਾਂ ਨੂੰ ਕੀ ਆ। ਛੋਟੀ ਜੀ ਟਿੱਪਣੀ, ਪਰ ਗਵਰਨਰ ਸਾਹਿਬ ਬਨਵਾਰੀ ਲਾਲ ਪੁਰੋਹਿਤ ਤੇ ਭਗਵੰਤ ਮਾਨ ਸਰਕਾਰ ਦਾ ਟਕਰਾਅ ਪਰਸੋਂ ਸੈਸ਼ਨ 'ਚ ਬੋਲਦੇ ਆ, ਕੱਲ ਜਵਾਬ ਦਿੱਤਾ ਗਵਰਨਰ ਸਾਹਿਬ ਨੇ, ਬੜੀਆਂ ਤਲਕ ਟਿੱਪਣੀਆਂ ਕੀਤੀਆਂ। ਉਹਨਾਂ ਨੇ ਇਹ ਵੀ ਕਿਹਾ ਵੀ ਹੁਣ ਜੇ ਮੇਰੇ ਤੇ ਕੋਈ ਗੱਲ ਕੀਤੀ ਤੇ ਫਿਰ ਜਵਾਬ ਮੇਰੇ ਵਕੀਲ ਦੇਣਗੇ। ਉਹ ਆਂਦੇ ਜੀ ਵਿਧਾਨ ਸਭਾ ਦਾ ਸ਼ੈਲਟਰ ਆ ਮੁੱਖ ਮੰਤਰੀ ਨੂੰ, ਇਹ ਜੋ ਮਰਜ਼ੀ ਕਹੀ ਜਾਂਦੇ ਲਵ ਲੈਟਰ ਜਾਓ, ਤੇ ਲਵ ਤੇ ਇਹਨਾਂ ਦੇ ਵਿੱਚ ਕੋਈ ਦੇਦਾ ਨਹੀਂ। ਦੂਜੀ ਇਹਨਾਂ ਕਿਹਾ ਵੀ ਮੈਂ ਸਭ ਤੋਂ ਘੱਟ ਜਿਹੜਾ ਖਰਚਾ ਕਰਦਾ, ਗਵਰਨਰ ਸਾਹਿਬ ਕਹਿੰਦੇ ਆਂਦੇ ਮੈਨੂੰ ਬਿਜ਼ਨਸ ਕਲਾਸ ਹੈਗੀ ਆ, ਕੋਈ ਸੈਕਟਰੀ ਵੀ ਜਾਂਦਾ ਬਿਜ਼ਨਸ ਕਲਾਸ 'ਚ ਜਾਂਦਾ, ਤੇ ਮੈਂ ਇਕਨੋਮੀ ਕਲਾਸ ਸਫ਼ਰ ਕਰਦਾ, ਮੇਰਾ ਖਰਚਾ ਸਭ ਤੋਂ ਘੱਟ ਆ। ਰਹੀ ਗੱਲ ਇਹਨਾਂ ਨੂੰ ਕਿਹਾ ਵੀ ਮੇਰਾ ਹੈਲੀਕਾਪਟਰ ਵਰਤਦਾ ਤੇ ਮੈਨੂੰ ਗਾਲਾਂ ਕੱਢਦਾ, ਆਂਦੇ ਦੱਸਣ ਮੈਂ ਕਿੱਥੇ ਦੇ ਖਿਲਾਫ ਬੋਲਿਆ ਇਹਨਾਂ ਦੇ, ਮੈਂ ਕੋਈ ਪਰਸਨਲ ਅਟੈਕ ਕੀਤਾ ਕਦੀ ਇਹਨਾਂ ਦੇ ਉੱਤੇ। ਆਂਦੇ ਮੈਂ ਤੇ ਸੰਵਿਧਾਨ ਦੀ ਗੱਲ ਕਰਦਾ, ਤੇ ਆਂਦੇ ਹੁਣ ਜਿੰਨੇ ਚਿਰ ਤੱਕ ਮੈਂ ਗਵਰਨਰ ਰਹੂੰ ਮੈਂ ਇਹਨਾਂ ਦਾ ਹੈਲੀਕਾਪਟਰ ਨਹੀਂ ਵਰਤੂੰ, ਮੈਂ ਆਪਣੀ ਕਾਰ ਨਾਲ ਯੂਜ਼ ਕਰੂੰ। ਮੈਂ ਅੱਗੇ ਵੀ ਕਿਹਾ ਸੀ ਵੀ ਟਕਰਾਅ ਚੰਗਾ ਨਹੀਂ ਹੈਗਾ, ਨਾ ਸਟੇਟ ਵਾਸਤੇ, ਨਾ ਸਰਕਾਰ ਵਾਸਤੇ, ਨਾ ਸੈਂਟਰ ਵਾਸਤੇ। ਵੇਖੋ ਸਰਹੱਦੀ ਸੂਬਾ, ਇੱਥੇ ਟਕਰਾਅ ਨਹੀਂ ਚਾਹੁੰਦਾ, ਇਹਨਾਂ ਨੂੰ ਆਪਸੀ ਬਹਿ ਕੇ ਕਮਰਿਆਂ ਗੱਲਬਾਤ ਕਰਨੀ ਚਾਹੀਦੀ, ਸਟੇਟ ਦਾ ਜਲੂਸ ਨਹੀਂ ਕੱਢਣਾ ਚਾਹੀਦਾ। ਇਹ ਜੇ ਕਹਿਣ ਵੀ ਸਾਡੀ TRP ਵਾਧੂ, ਸਰਕਾਰ ਕਵੇ ਜਾਂ ਕੋਈ ਕਵੇ, ਨਹੀਂ ਬਦਲਣੀ ਇਹਦੇ ਨਾਲ। ਬੜਾ ਵਧੀਆ ਕੰਮ ਦੀ ਕਰਨ ਦੇ ਮੁੱਖ ਮੰਤਰੀ ਸਾਹਿਬ, ਉਹਦਾ ਬਹਿ ਕੇ ਗਵਰਨਰ ਸਾਹਿਬ ਦੀ ਉਮਰ ਦੇ ਹਿਸਾਬ ਨਾਲ ਵੇਖੋ ਤੁਹਾਡੀ ਫਾਦਰ ਫਿਗਰ ਆ, ਇਹਨਾਂ ਨਾਲ ਪਿਆਰ ਨਾਲ ਗੱਲਬਾਤ ਕਰਕੇ ਮਸਲੇ ਹੱਲ ਕਰ ਲਓ। ਗੱਲ ਕਰੀ ਆ, ਚਲੋ ਉਮੀਦ ਕਰਦੇ ਵੀ ਇਹਨਾਂ ਦਾ ਟਕਰਾਅ। ਕਹਿੰਦੇ ਜੀ ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਹਰਿਆਣੇ ਨੂੰ ਉਹ ਆਂਦੇ ਵੀ 40% ਪੰਜਾਬ ਨੇ ਪੈਸੇ ਦੇਣੇ ਹੁੰਦੇ ਆ, 60% ਚੰਡੀਗੜ੍ਹ ਦੇਈ ਜਾਂਦਾ, ਤੇ ਪੰਜਾਬ ਕੋਲ ਤੇ 40% ਹੀ ਦਿੱਤੇ ਜਾਣ ਦੇ। ਮੈਂ ਤੇ ਤਦ ਕਿਹਾ ਵੀ ਉੱਥੋਂ ਦੇ 3 ਜਣਿਆਂ ਦੇ ਕਾਲਜ ਲਾ ਲਓ। ਇਹਨਾਂ ਨੇ ਵੀ ਕਹਿ ਰਹੇ ਸੀ ਵੀ ਉਹਨਾਂ ਦੀ ਪੁਰਾਣਾ ਜਿਹੜਾ ਆਪਸ ਇਹਨਾਂ ਦਾ ਚੱਲ ਰਿਹਾ ਉਹਦੇ 'ਚ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ, ਤੇ ਨਾਲ ਦੇ ਮੈਂ ਤੇ ਕਹੀ ਵੀ ਖਰਚੇ ਵੰਡੇ ਜਾਣਗੇ, ਵੀ ਇਹਨਾਂ ਕੋਲ ਪੈਸੇ ਦਿੱਤੇ ਨਹੀਂ ਜਾਣਦੇ ਜਾਂ ਪੈਸੇ ਦੇ ਦੇਣ। ਵੀ ਦੇਖੋ ਗੱਲ ਜੋ ਵੀ ਹੈ ਟਕਰਾਅ ਚੰਗਾ ਨਹੀਂ ਹੈਗਾ, ਬਿਲਕੁਲ ਠੀਕ ਗੱਲ ਹੈ। ਫਾਦਰ ਫਿਗਰ ਇਹਨਾਂ ਦੀ ਬਹਿ ਕੇ ਆਪਸ 'ਚ ਚਾਹ ਪਾਣੀ ਪੀ ਕੇ ਮਸਲੇ ਨਿਬੇੜ ਲੈਣਾ। ਵੀ ਕੋਈ ਕਹਿੰਦਾ ਹੋਣਾ ਵੇਖਿਆ ਨਾ ਅੱਜ ਮਾਨ ਨੇ ਨਿਰੀ ਲਿਆਤੀ ਮਾਨ ਸਾਹਿਬ ਨੇ, ਤੇ ਫਿਰ ਕੋਈ ਕਹਿੰਦਾ ਹੋਣਾ ਵੀ ਗਵਰਨਰ ਨਹੀਂ ਚੰਗੀ ਗੱਲ, 42 ਸਾਲ ਪੱਤਰਕਾਰਤਾ ਕੀਤੀ, ਸਟੇਟ ਵਾਸਤੇ ਚੰਗੀ ਨਹੀਂ। ਅਖਬਾਰ ਦੇ ਮੰਤਰੀ ਉਹਨਾਂ ਨੇ ਕਿਹਾ ਆਂਦੇ ਵੀ ਜਿਹੜੇ ਸਕੂਲ 'ਚ ਤੁਸੀਂ ਪੜ੍ਹਦੇ ਰਹੇ ਜੇ ਨਾ, ਮੈਂ ਉੱਥੋਂ ਦਾ ਮਾਸਟਰ ਆ। ਚਲੋ ਜੀ ਹੁਣ ਸਮਾਂ ਹੋ ਗਿਆ, ਇਜਾਜ਼ਤ ਲਈਏ। ਸਾਨੂੰ ਤੁਹਾਨੂੰ ਜੇ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਹੈ, ਸਾਡੇ ਪ੍ਰੋਗਰਾਮ ਨੂੰ ਲਾਈਕ,
ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਤੁਹਾਡੀਆਂ ਕੀਤੀਆਂ ਟਿੱਪਣੀਆਂ ਸਾਡੇ ਲਈ ਬਹੁਤ ਮਾਇਨੇ ਰੱਖਦੀਆਂ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ, ਨਮਸਕਾਰ।